पंजाबी ये ज़बाने नीरा खाने मेरे देश दी फिक्की पैगी चेहरे दी नुहारनी मीडिया खिलारी फिरे नी बुल्ले दिए काफिए Gian, welcome to UK Bhangra Culture. Wherever you are in the world, it's always great to have your company. Now, if I said royalty was here last week, well, today, can I just say the god form of the icon that is Punjabi music, and we always say, you know, Punjabiyan di aan, Punjabiyan di shaan, and I waited the day that this day would come, and the great legend would be sitting next to me. तेरे दीदार दा सी इंतजार मैनू हुण मर भी जावां ते कोई गल नहीं परवाना होकर सी शमा तो डर लगदा हुण सड़ भी जावां ते कोई गल नहीं सो मेरी भी इंटरव्यूज मेरी भी जिंदगी दा अंत जे अज भी हो जावे तां मैं खुश हां करके परमात्मा ने मैनू सब कुछ दे दिता सो प्लीज वेलकम मेरे गेस्ट मेरे वड्डे वीर एक इंसान एक देवता एक पंजाबी मां बोली दे मुड गुरदास मान साहब सत श्री अकाल जी सर बहुत बहुत मेहरबानी शुक्रिया इन्ने प्यारे शब्दों के नाल इन्नी मिठी जुबान के नाल मेरा जो स्वागत किया है जो मैंने प्यार किया सत्कार दिता है मैं इस सत्कार को हमेशा अपने हिरदे में समा के मंच के उत्ते खलेरता रहूँगा मंच के उत्ते बखेरता रहूँगा अपने गीतों के जरिए अपने संगीत के जरिए किरपा जी तुहाडी बहुत बहुत साडे मेरे वालों सारे तुहाडे दर्शकों को श्रोतियां को बहुत प्यार भरी सत श्री अकाल एंड कॉपी टू ऑल सोशल मीडिया पाजी you're on Twitter you're on Facebook and everything ਜਦੋਂ ਦੇ ਦੌਰ ਚੱਲੇ ਉਦੋਂ ਤਾਂ ਇੱਕ ਕਲਮ ਦੇ ਨਾਲ ਇੱਕ ਖੱਤ ਦੇ ਨਾਲ ਮੁਲਾਕਾਤ ਹੁੰਦੀ ਸੀ ਅੱਜਕੱਲ ਦੁਨੀਆ ਹੋਰ ਨੇੜੇ ਹੋ ਗਿਆ ਬਹੁਤ ਨੇੜੇ ਹੋ ਗਿਆ ਲੱਗਦਾ ਮੈਂ ਬਿਲਕੁਲ ਨਾਲ ਦੇ ਘਰ 'ਚ ਗੱਲ ਕਰ ਰਿਹਾ ਹਾਂ ਜੀ ਬਿਲਕੁਲ ਇੰਨੀ ਕਰੀਬ ਤੋਂ ਲੱਗਦੀ ਹੈ ਦੂਰੋਂ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਨਾ ਉਹ ਜ਼ਿਆਦਾ ਕਲੀਅਰ ਹੁੰਦੀ ਹੈ ਬਨਿਸਬਤ ਕਿ ਜਦੋਂ ਤੁਸੀਂ ਇਸ ਜਗ੍ਹਾ ਤੇ ਗੱਲ ਕਰਦੇ ਹੋ ਜੀ ਇੰਨੀ ਕਲੀਅਰ ਹੁੰਦੀ ਹੈ ਯਾ ਤਾਂ ਅੱਜਕੱਲ ਦੁਨੀਆ ਬਹੁਤ ਕਰੀਬ ਆ ਗਈ ਛੋਟੀ ਹੋ ਤੁਸੀਂ ਉਹਨਾਂ ਦੇ ਕਰੀਬ ਹੋ ਗਏ ਤੁਹਾਨੂੰ ਮਹਿਸੂਸ ਹੁੰਦਾ ਹੈ ਜਦੋਂ ਤੋਂ ਤੁਸੀਂ ਸ਼ੁਰੂ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹ ਬਿਲਕੁਲ ਮੀਡੀਆ ਦੇ ਜ਼ਰੀਏ ਹੀ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ ਨਹੀਂ ਤਾਂ ਕੌਣ ਕਿਸੇ ਤੱਕ ਪਹੁੰਚੇ ਜੋ ਵੀ ਕਲਾਕਾਰ ਤੁਹਾਨੂੰ ਨਜ਼ਰ ਆ ਰਿਹਾ ਹੈ ਜਾਂ ਉਹਦੀਆਂ ਐਲਬਮਸ ਆ ਰਹੀਆਂ ਤਾਂ ਮੀਡੀਆ ਦੇ ਜ਼ਰੀਏ ਹੀ ਆ ਮੀਡੀਆ ਦੇ ਜ਼ਰੀਏ ਪਹਿਚਾਨ ਹੈ ਔਰ ਤੇਰੇ ਬਿਨਾ ਸਾਡੀ ਇਹ ਪਹਿਚਾਨ ਕਿਹੜੇ ਕੰਮ ਦੀ ਜਹਾਨ ਕਿਹੜੇ ਕੰਮ ਦਾ ਤੇ ਜਾਨ ਕਿਹੜੇ ਕੰਮ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਇਸ ਪ੍ਰੋਗਰਾਮ ਵਿੱਚ ਇੱਕ ਤੁਹਾਡੀ ਕਾਰਡ ਸੀਗੀ ਤਾਂ ਹੁਣ ਤੁਸੀਂ ਆ ਗਏ ਤੇ ਹੁਣ ਮੈਂ ਰਿਟਾਇਰ ਹੋ ਜਾਣਾ ਨਾ ਰਿਟਾਇਰ ਤਾਂ ਜ਼ਿੰਦਗੀ 'ਚ ਕਦੇ ਸੋਚਣਾ ਹੀ ਇਹ ਸ਼ਬਦ ਆਪਣੀ ਡਿਕਸ਼ਨਰੀ ਦੇ ਵਿੱਚੋਂ ਡਿਲੀਟ ਕਰ ਦੇ ਜੀ ਕਿਉਂਕਿ ਜਿਸ ਦਿਨ ਰਿਟਾਇਰ ਹੋ ਗਿਆ ਤੇ ਫਿਰ ਐਕਸਪਾਇਰੀ ਡੇਟ ਹੋ ਗਈ ਆਬਵੀਅਸਲੀ ਵਾਂਸ ਜਦੋਂ ਦੇ ਅਸੀਂ ਵੱਡੇ ਹੋਏ ਆ ਤੁਹਾਨੂੰ ਸੁਣਦੇ ਆ ਜਦੋਂ ਦੇ ਸਾਡੇ ਫਾਦਰ ਸਾਹਿਬ ਕਿਉਂਕਿ ਘਰ ਦੇ ਵਿੱਚ ਰੈਕੋਰਡ ਲੱਗੇ ਰਹੇ ਤੁਹਾਡੇ ਲੱਗੇ ਰਹੇ ਛੱਲਾ ਔਰ ਕੀ ਬਣੀ ਬਾਕੀਆਂ ਗੱਲਾਂ ਕੀ ਬਣੀ ਦੁਨੀਆ ਦਾ ਮੈਂ ਸਪੈਸ਼ਲੀ ਤੁਹਾਡੇ ਵਾਸਤੇ ਟੀ-ਸ਼ਰਟ ਪਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਇਹ ਸਫ਼ਰ ਕਿੱਦਾਂ ਰਿਹਾ ਹੁਣ ਤੱਕ ਮੁੰਡਾ ਦਿਲ ਉੱਤੇ ਪਿਆਰ ਨੂੰ ਲਿਖਾਈ ਫਿਰਦਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਇਹ ਸਫ਼ਰ ਹੁਣ ਤੱਕ ਮਾਨ ਸਾਹਿਬ ਕਿੱਦਾਂ ਰਿਹਾ ਸਫ਼ਰ ਹਮੇਸ਼ਾ ਖੂਬਸੂਰਤ ਹੀ ਹੁੰਦਾ ਚਾਹੇ ਉਹਦੇ 'ਚ ਦੁੱਖ ਹੋਵੇ ਤਕਲੀਫ ਹੋਵੇ ਮਤਲਬ ਉਹ ਬੰਦਾ ਚੱਲਦਾ ਪਰ ਉਹ ਗੋਲਡਨ ਡੇਜ਼ ਜਦੋਂ ਅਸੀਂ ਯਾਦ ਕਰਦੇ ਹਾਂ ਕਿ ਉਹ ਸਫ਼ਰ ਹਮਸਫ਼ਰ ਹੋ ਜਾਂਦਾ ਇੰਨੀਆਂ ਯਾਦਾਂ ਇੰਨੀਆਂ ਮਿੱਠੀਆਂ ਯਾਦਾਂ ਕੌੜੀਆਂ ਯਾਦਾਂ ਤਲਖ ਤਜਰਬੇ ਲੋਕਾਂ ਦੇ ਆਚਾਰ ਵਿਹਾਰ ਕਈਆਂ ਦੇ ਨਾਲ ਬਹੁਤ ਅੱਛੇ ਕਈਆਂ ਦੇ ਨਾਲ ਬਹੁਤ ਕਈਆਂ ਨੂੰ ਝੇਲਣਾ ਪਿਆ ਸੋ ਉਹ ਸਾਰੀਆਂ ਚੀਜ਼ਾਂ ਹੁਣ ਯਾਦ ਆਉਂਦੀਆਂ ਤੇ ਇਸ ਤਰ੍ਹਾਂ ਲੱਗਦਾ ਉਹ ਆਪਣੇ ਆਪ ਹੀ ਉਹ ਗੀਤਾਂ ਦਾ ਇੱਕ ਰੂਪ ਧਾਰਨ ਕਰ ਲੈਂਦੀਆਂ ਉਹ ਹੀ ਯਾਦਾਂ ਹੀ ਨਹੀਂ ਗੀਤ ਹੋਰ ਕੀ ਕੁਝ ਵੀ ਨਹੀਂ ਜੀ ਮਿੱਠੀਆਂ ਯਾਦਾਂ ਗੀਤ ਜਿਹੜਾ ਵੀ ਜੋ ਵੀ ਗਾਉਂਦਾ ਹੈ ਆਪਣੇ ਦਿਲ ਦੀ ਗਹਿਰਾਈ ਤੋਂ ਉਹ ਲਿਖਦਾ ਹੈ ਤਾਂ ਉਹਦਾ ਸਬਜੈਕਟ ਉਹੀ ਹੁੰਦਾ ਕਿਉਂਕਿ ਉਹਨੇ ਜੋ ਝੇਲਿਆ ਹੁੰਦਾ ਜੋ ਦੇਖਿਆ ਜੀ ਔਰ ਮਾਨ ਸਾਹਿਬ ਜਦ ਤੁਸੀਂ ਗੀਤ ਲਿਖਦੇ ਤੁਹਾਡੇ ਗੀਤ ਬਾਕੀ ਦੀਆਂ ਗੱਲਾਂ ਛੱਡੋ ਜਾਂ ਹੋਰ ਕੋਈ ਮਾਮਲਾ ਗੜਬੜ ਹੈ ਵਗੈਰਾ ਬੜੇ ਸਿੰਪਲ ਲਫ਼ਜ਼ ਨੇ ਬੜੀਆਂ ਸਿੰਪਲ ਗੱਲਾਂ ਨੇ ਉਹਨਾਂ ਨੇ ਕਲਮ ਦੇ ਵਿੱਚ ਗੁੰਨਣ ਵਾਸਤੇ ਉਹ ਕਿੱਥੋਂ ਆਏ ਉਹ ਗੁਰਦਾਸ ਮਾਨ ਸਾਹਿਬ ਨੂੰ ਉਹ ਜਾਣ ਕੇ ਉਹ ਜਿਹੜੀ ਬਖਸ਼ਿਸ਼ ਉਹ ਕਿੱਥੋਂ ਆਉਂਦੀ ਹੈ ਉਹ ਕਿਵੇਂ ਹੁੰਦੀ ਹੈ ਜਾਣ ਕੇ ਸਾਡੇ ਵਰਗੇ ਕਿਉਂ ਨਹੀਂ ਇੱਦਾਂ ਦੀ ਗੱਲ ਹੈ ਕਿ ਕੋਈ ਗੀਤ ਲਿਖ ਸਕਣ ਮੇਰੇ ਮਾਲਕ ਹਰ ਬੰਦੇ ਨੂੰ ਉਹਨੇ ਆਪਣੀ ਆਪਣੀ ਕਲਾ ਦਿੱਤੀ ਹੈ ਆਪਣੀ ਆਪਣੀ ਇੱਕ ਸ਼ਖਸੀਅਤ ਦਿੱਤੀ ਹੈ ਆਪਣਾ ਇੱਕ ਰੁਤਬਾ ਦਿੱਤਾ ਹੈ ਮਾਣ ਦਿੱਤਾ ਸਤਿਕਾਰ ਦਿੱਤਾ ਉਹ ਅਲੱਗ ਕਿਸੇ ਬੰਦੇ ਨੂੰ ਸੀਟੀ ਵਜਾਉਣੀ ਹੁੰਦੀ ਹੈ ਕਿਸੇ ਨੂੰ ਨਹੀਂ ਵਜਾਉਣੀ ਕਿਸੇ ਬੰਦੇ ਨੂੰ ਚੁਟਕਲਾ ਬਹੁਤ ਸੋਹਣਾ ਸੁਣਾਉਣਾ ਹੁੰਦਾ ਕਿਸੇ ਬੰਦੇ ਨੂੰ ਉਹ ਸਿਰਫ ਸੁਣਨਾ ਹੀ ਸਵਾਦ ਲੈਂਦਾ ਜਦੋਂ ਉਹਨੂੰ ਸੁਣਾਉਣ ਦੀ ਗੱਲ ਕਰੋ ਤੇ ਉਹ ਨਹੀਂ ਸੁਣਾ ਸਕਦਾ ਕਿਉਂਕਿ ਉਹਦੀ ਟਾਈਮਿੰਗ ਹੈ ਸੋ ਹਰ ਬੰਦੇ ਨੂੰ ਆਪਣੀ ਆਪਣੀ ਕਲਾ ਦਿੱਤੀ ਹੈ ਆਪਣਾ ਗਲਾ ਦਿੱਤਾ ਹੈ ਆਪਣੀਆਂ ਅੱਖਾਂ ਦਿੱਤੀਆਂ ਔਰ ਫਿਰ ਜਿਹੜਾ ਅੱਖ ਦੇ ਇਸ਼ਾਰਿਆਂ ਨੂੰ ਸਮਝ ਗਿਆ ਰੱਬ ਦੇ ਨਜ਼ਾਰਿਆਂ ਨੂੰ ਸਮਝ ਗਿਆ
ਔਰ ਤੁਸੀਂ ਇੰਗਲੈਂਡ ਦੇ ਵਿੱਚ UK ਦੇ ਵਿੱਚ ਟੂਰ ਕਰਨ ਆਏ ਹੋ ਕਿੰਨੀ ਦਫਾ ਐਕਚੁਅਲੀ ਕਿੰਨੀ ਦਫਾ ਤੁਸੀਂ ਆ ਗਏ ਹੁਣ ਤਾਂ ਤੁਹਾਨੂੰ ਬ੍ਰਿਟਿਸ਼ ਪਾਸਪੋਰਟ ਵੀ ਮਿਲ ਗਿਆ ਹੋਣਾ ਮੈਨੂੰ ਮੇਰਾ ਖਿਆਲ ਹੈ 82 ਤੋਂ ਅਸੀਂ ਸ਼ੁਰੂ ਹੋਏ ਸੀ ਫਿਰ ਹਰ 2 ਸਾਲ ਬਾਅਦ ਜੀ ਆਉਣ ਦਾ ਸਬਬ ਹੋਇਆ ਸਾਨੂੰ ਜੀ ਜੀ ਜਿੰਨੇ ਵਾਰੀ ਆਏ ਉਨੇ ਵਾਰੀ ਹੀ ਪਿਆਰ ਵੱਧ ਕੇ ਮਿਲਿਆ ਜ਼ਿਆਦਾ ਮਿਲਿਆ ਜੀ 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 ਔਰ ਅਸੀਂ ਸੋਚਦੇ ਖਰੇ ਤੁਸੀਂ 2 ਸਾਲਾਂ ਬਾਅਦ ਸਾਡੇ ਕੋਲ ਫਿਰ ਤੁਹਾਡਾ ਸਫ਼ਰ ਚੱਲਦਾ ਰਹਿੰਦਾ ਅਮਰੀਕਾ ਕੈਨੇਡਾ ਹਾਂਜੀ 2-2 ਸਾਲ ਬਾਅਦ ਵਾਰੀ ਆਉਂਦੀ ਜੀ, ਹੈ ਜੀ, ਜਿਵੇਂ ਹੁਣ ਅਸੀਂ ਪਿਛਲੇ ਸਾਲ ਕਰਕੇ ਆਏ ਸੀਗੇ ਅਮਰੀਕਾ ਦਾ ਟੂਰ ਕੀਤਾ ਸੀ ਔਰ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦਾ ਆ ਗਿਆ ਸੀ ਜੀ ਅਪ੍ਰੈਲ ਦੇ ਵਿੱਚ ਉੱਥੋਂ ਦਾ ਸੀਗਾ ਔਰ ਆਸਟ੍ਰੇਲੀਆ ਦਾ ਸੀਗਾ ਅਗਸਤ ਸਤੰਬਰ ਦੇ ਵਿੱਚ ਜੀ ਫਿਰ ਹੁਣ UK ਦਾ ਆ ਗਿਆ ਅਪ੍ਰੈਲ ਦੇ ਵਿੱਚ ਹੁਣ ਅਗਸਤ ਸਤੰਬਰ ਦੇ ਵਿੱਚ ਕੈਨੇਡਾ ਦਾ ਆ ਗਿਆ ਤੇ ਫਿਰ ਗੁਰਦਾਸ ਮਾਨ ਸਾਹਿਬ ਨੂੰ ਘਰ ਬਹਿਣ ਦਾ ਕਦੋਂ ਮੌਕਾ ਮਿਲਦਾ ਇਹ ਸਾਡੇ ਫੈਮਿਲੀ ਦੇ ਵਿੱਚ ਜਾਣ ਕੇ ਬਹਿਣ ਦਾ ਕਦੋਂ ਮੌਕਾ ਮਿਲਦਾ ਜਾਣ ਕੇ ਐਜ਼ ਅ ਘਰੇਲੂ ਬੰਦੇ ਦਾ ਕਦੋਂ ਸਾਰੀ ਦੁਨੀਆ ਮਤਲਬ ਸਾਡੇ ਵਾਸਤੇ ਇੱਕ ਘਰ ਹੋ ਗਈ ਹੈ ਜੀ ਇਹ ਉਸ ਮੁਕਾਮ ਤੇ ਮਾਲਕ ਨੇ ਪਹੁੰਚਾ ਦਿੱਤਾ ਕਿ ਸਾਰੀ ਦੁਨੀਆ ਹੀ ਸਾਨੂੰ ਘਰ ਲੱਗਦੀ ਹੈ ਸਾਰੀ ਦੁਨੀਆ ਪਿੰਡ ਲੱਗਦੀ ਹੈ ਸਾਰੀ ਦੁਨੀਆ ਆਪਾਂ ਹੁਣੇ ਗੱਲ ਕੀਤੀ ਸੀ ਨਾ ਕਿ ਇੰਨੀ ਦੁਨੀਆ ਨੇੜੇ ਹੋ ਗਈ ਇੰਨੀ ਦੁਨੀਆ ਛੋਟੀ ਹੋ ਗਈ ਤੇ ਛੋਟੀ ਹੋ ਗਈ ਦਾ ਮਤਲਬ ਹੀ ਇਹ ਹੈ ਕਿ ਉਹ ਵੀ ਸਾਡਾ ਘਰ ਬਣੇ ਜੀ 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 ਪਰ ਵੈਸੇ ਵੀ ਹੋਣਾ ਵੀ ਚਾਹੀਦਾ ਜੀ ਜੀ ਕਿ ਸਾਰੀ ਦੁਨੀਆ ਨੂੰ ਆਪਣਾ ਘਰ ਹੀ ਸਮਝਣਾ ਚਾਹੀਦਾ ਕਿਉਂਕਿ ਸਾਰੇ ਪ੍ਰਮਾਤਮਾ ਨੇ ਪੈਦਾ ਕੀਤੇ ਹਨ ਔਰ ਸਾਰੀਆਂ ਰੂਹਾਂ ਇੱਕ ਦੂਜੇ ਦੇ ਨਾਲ ਰਿਲੇਸ਼ਨ ਨੇ ਕਿਉਂਕਿ ਸਾਰਾ ਕੁਝ ਸਾਡਾ ਪ੍ਰਮਾਤਮਾ ਨੇ ਬਣਾ ਕੇ ਉਹੀ ਜਿਹਾ ਭੇਜਿਆ ਜ਼ਬਾਨਾਂ ਵੱਖ-ਵੱਖ ਹੋ ਗਈਆਂ ਨੇ ਆਚਾਰ ਵਿਹਾਰ ਅਲੱਗ ਹੋ ਗਏ ਉਹ ਅਲੱਗ ਬਾਤ ਹੈ ਜ਼ਬਾਨ ਅਲੱਗ ਹੋ ਗਈ ਉਹ ਅਲੱਗ ਬਾਤ ਹੈ ਪਰ ਹੈ ਤਾਂ ਅਸੀਂ ਉਹੀ ਰੂਪ ਦਾ ਕਿਉਂਕਿ ਮੰਮੀ ਜੀ ਹੁਣ ਕਿਹਾ ਮੈਂ ਕਿਹਾ ਮਾਮਾ ਜਿਵੇਂ ਮਾਨ ਸਾਹਿਬ ਦੇ ਨਾਲ ਗੱਲ ਉਸ ਚੱਕਰ ਦੀ ਗੁਰਦਾਸ ਮਾਨ ਦੇ ਕਹਿੰਦੇ ਪਹਿਲਾਂ ਤਾਂ ਪਿਆਰ ਦੇ ਉਹਨੂੰ ਫਿਰ ਕਹਿੰਦੇ ਉਹਨੂੰ ਮਾੜਾ ਪਿਆਰ ਦੇ ਇਹਦੇ ਮੇਰੀ ਮਾਂ ਦਾ ਪਿਆਰ ਤੇ ਫਿਰ ਕਹਿੰਦੇ ਉਹਨਾਂ ਨੂੰ ਪੁੱਛਿਓ ਕਿ ਜਾਣੀ ਕਿ ਵੀ ਉਹ ਘਰੇਲੂ ਦੇ ਵਿੱਚ ਜਦੋਂ ਘਰ ਦੇ ਵਿੱਚ ਐਕਚੁਅਲੀ ਗੁਰਦਾਸ ਮਾਨ ਸਟੇਜ ਵਾਲਾ ਗੁਰਦਾਸ ਮਾਨ ਨਹੀਂ ਜਿਹਨਾਂ ਨੂੰ ਗੁਰਦਾਸ ਮਾਨ ਅਸੀਂ ਜਾਣਦੇ ਸ਼ਾਇਦ ਉਹ ਨਹੀਂ ਪਰ ਜਦੋਂ ਘਰੇਲੂ ਕੀ ਕੰਮ ਕਰਦੇ ਨੇ ਉਹਨਾਂ ਦੇ ਕੀ ਦਿਲਚਸਪੀਆਂ ਹੈ ਉਹ ਸਪੋਰਟਸ ਵਗੈਰਾ ਉਹ ਸਾਨੂੰ ਪਤਾ ਤੁਸੀਂ ਲਾਈਕ ਕਰਦੇ ਪਰ ਵੈਸੇ ਜਸਟ ਫੈਮਿਲੀ ਦੇ ਵਿੱਚ ਉਹ ਕਿੱਦਾਂ ਦੇ ਇਨਸਾਨ ਨੇ ਕੀ ਲਾਈਕ ਕਰਦੇ ਨੇ ਫੈਮਿਲੀ ਦੇ ਵਿੱਚ ਜੋ ਸਾਡੇ ਤਿੱਥ ਤਿਆਰ ਹੁੰਦੇ ਆ ਉਹ ਤਾਂ ਮਤਲਬ ਪ੍ਰਮਾਤਮਾ ਨੇ ਬਣਾਇਆ ਸਾਨੂੰ ਔਰ ਨਿਗਾਸ ਬਖਸ਼ਣ ਵਾਸਤੇ ਸਾਡੇ ਰਿਸ਼ਤਿਆਂ ਦੇ ਵਿੱਚ ਹੋਰ ਨੇੜਤਾ ਲਿਆਉਣ ਵਾਸਤੇ ਫਿਰ ਆਪਣੀ ਕਿਉਂਕਿ ਜੋ ਕਲਾ ਬਖਸ਼ੀ ਹੈ ਜੋ ਗਲਾ ਬਖਸ਼ਿਆ ਹੈ ਉਸ ਨੂੰ ਨਿਭਾਉਣ ਲਈ ਵੀ ਉਹਦੀ ਇੱਕ ਐਕਸਰਸਾਈਜ਼ ਹੈ ਉਹਦੇ ਵਾਸਤੇ ਤੁਹਾਨੂੰ ਵਕਤ ਕੱਢਣਾ ਚਾਹੀਦਾ ਜੇ ਤੁਸੀਂ ਸਟੇਜ ਤੇ 3 ਘੰਟੇ ਬੋਲਣਾ ਗਾਉਣਾ ਹੈ ਨੱਚਣਾ ਹੈ ਲੋਕਾਂ ਨੂੰ ਖੁਸ਼ ਕਰਨਾ ਹੈ ਤੇ ਇਸ ਨੂੰ ਉਸ ਪ੍ਰਤੀ ਤਿਆਰ ਕਰਨ ਲਈ ਤੁਹਾਨੂੰ ਘੱਟ ਤੋਂ ਘੱਟ 6 ਘੰਟੇ ਚਾਹੀਦੇ 6 ਘੰਟੇ ਦੀ ਘੱਟ ਤੋਂ ਘੱਟ ਇਹ ਪ੍ਰੈਕਟਿਸ ਹੋਣੀ ਚਾਹੀਦੀ ਕਿ ਤੁਸੀਂ ਤੁਹਾਡੀ ਬਾਡੀ ਵੀ ਫਿੱਟ ਹੋਵੇ ਤੁਹਾਡਾ ਗਲਾ ਵੀ ਫਿੱਟ ਹੋਵੇ ਔਰ ਜੋ ਮਾਲਕ ਨੇ ਦਿੱਤੀ ਹੈ ਕਲਾ ਉਹ ਤਾਂ ਹੀ ਸੰਵਰਦੀ ਹੈ ਜੇ ਰੋਜ਼ ਉਹਦੀ ਧਾਰ ਤਿੱਖੀ ਕਰਦੇ ਰਹੋਗੇ ਤਾਂ ਹੀ ਉਹ ਚੱਲਦੀ ਹੈ ਨਹੀਂ ਤਾਂ ਨਹੀਂ ਚੱਲਦੀ ਰਹੋ ਜੀ 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 ਇਹ ਰੋਜ਼ ਦਾ ਹੀ ਐਕਸਰਸਾਈਜ਼ ਹੋਣਾ ਜ਼ਰੂਰੀ ਹੈ ਰਿਲੈਕਸ ਕਰਨ ਵਾਸਤੇ ਗੁਰਦਾਸ ਮਾਨ ਸਾਹਿਬ ਮੇਰਾ ਖਿਆਲ ਹੈ ਜਦੋਂ ਅਸੀਂ ਗਾ ਕੇ ਥੱਕ ਜਾਂਦੇ ਹਾਂ ਫਿਰ ਐਕਸਰਸਾਈਜ਼ ਨਾਲ ਸ਼ੁੱਧ ਹੋ ਜਾਈਦਾ ਜਦੋਂ ਅਸੀਂ ਫਿਜ਼ੀਕਲੀ ਥੱਕ ਜਾਂਦੇ ਹਾਂ ਫਿਰ ਉਹਨੂੰ ਗਾ ਕੇ ਸ਼ੁੱਧ ਕਰ ਲਈ ਰਿਲੈਕਸ ਕਰ ਲਈ ਜੀ ਦੋਨੇ ਬੈਲੈਂਸ ਹੈ ਮੇਰੇ ਬੇਟੇ ਤੁਸੀਂ ਉਹਨਾਂ ਮੇਰੇ ਇੱਥੇ ਆਏ ਸੀਗੇ ਮੈਂ ਕਿਹਾ ਅਮਨਵੀਰ ਆਪਾਂ ਸਿਮਰਨ ਤੇ ਅਮਨਵੀਰ ਸਿੰਘ ਹਾਂਜੀ ਮੈਂ ਕਿਹਾ ਉਹਨਾਂ ਨੂੰ ਕੀ ਪੁੱਛਿਆ ਕਹਿੰਦੇ ਉਹਨਾਂ ਪੁੱਛੋ ਵਾਟ ਇਜ਼ ਉਹਨਾਂ ਦੀ ਜੌਬ ਕੀ ਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪਤਾ ਕਿ ਜੌਬ ਅਸੀਂ ਕੰਮ ਤੇ ਜਾਂਦੇ ਵਗੈਰਾ ਕੰਮ ਤੇ ਜਾਂਦੇ ਜਿਵੇਂ ਸਾਡੇ ਮੁੰਡੇ ਢੋਲਾ ਜਿਹੜਾ ਸੌਰੀ ਜੀ ਭੋਲਾ ਜੀ ਜਿਹੜਾ ਸਾਡੇ ਨਾਲ ਉਹਦੇ ਰਿਸ਼ਤੇ ਵਾਸਤੇ ਆਏ ਜੀ ਉਹਦੇ ਰਿਸ਼ਤੇ ਵਾਸਤੇ ਆਏ ਕਹਿੰਦੇ ਜੀ ਮੁੰਡਾ ਕੀ ਕੰਮ ਕਰਦਾ ਕਹਿੰਦੇ ਜੀ ਢੋਲਕ ਵਜਾਉਂਦਾ ਗੁਰਦਾਸ ਮਾਨ ਦੇ ਨਾਲ ਕਹਿੰਦੇ ਢੋਲਕ ਤਾਂ ਵਜਾਉਂਦਾ ਕੰਮ ਕੀ ਕਰਦਾ ਸੋ ਮਤਲਬ ਉਹਨੂੰ ਕੰਮ ਨਹੀਂ ਸਮਝਦੇ ਉਹ ਸਾਡੀ ਜੌਬ ਹੈ ਜੀ 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 ਭਾਈ ਗਾਉਂਦਾ ਤਾਂ ਤੂੰ ਹੈ ਪਰ ਕੰਮ ਕੀ ਕਰਨਾ ਜੀ 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 ਇਟਸ ਟਰੂ ਦਾ ਮਾਨ ਸਾਹਿਬ ਇੱਥੇ ਉਧਰ ਜਹਾਜ਼ਾਂ ਦੇ ਵਿੱਚ ਫਿਰ ਤੁਹਾਨੂੰ ਸਕੂਨ ਜਾਣ ਕੇ ਮਨ ਦੇ ਸਕੂਨ ਜਦੋਂ ਲਿਖਦੇ ਹੋ ਤੁਸੀਂ ਗੀਤ ਲਿਖਦੇ ਹੋ ਜੀ ਉਹ ਕਦੋਂ ਟਾਈਮ ਮਿਲਦਾ ਤੁਹਾਨੂੰ ਲਿਖਣ ਦਾ ਜ਼ਿਆਦਾਤਰ ਸਫ਼ਰ ਦੇ ਵਿੱਚ ਹੀ ਮੈਂ ਮਤਲਬ ਲਿਖਿਆ ਜੋ ਵੀ ਲਿਖਿਆ ਸੀ ਗੱਡੀ ਦੇ ਵਿੱਚ ਮੇਰੇ ਨਾਲ ਡਰਾਈਵਰ ਹੁੰਦਾ ਜਦੋਂ ਅਸੀਂ ਪੰਜਾਬ ਟੂਰ ਕਰਦੇ ਹਾਂ ਜਾਂ ਕਿਤੇ ਵੀ ਜਾਂਦੇ ਤਾਂ ਉਸ ਗੱਡੀ ਦੇ ਵਿੱਚ ਮੈਂ ਔਰ ਮੇਰਾ ਮਾਲਿਕ ਔਰ ਗੱਡੀ ਚਲਾਉਣ ਵਾਲਾ ਉਹ ਵੀ ਸ਼ਾਂਤ ਅੱਛਾ ਮਾਹੌਲ ਵੀ ਸ਼ਾਂਤ ਕਿਉਂਕਿ ਗੱਡੀ ਦੇ ਵਿੱਚ ਹੋਰ ਕੋਈ ਬੋਲਣ ਵਾਲਾ ਹੈ ਹੀ ਨਹੀਂ ਜੀ ਸੋ ਉੱਥੇ ਜ਼ਿਆਦਾ ਇਕਾਗਰਤਾ ਬਣਦੀ ਜੀ 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 ਬਾਕੀ ਕੁਝ ਚੀਜ਼ਾਂ ਰਹਿ ਜਾਂਦੀਆਂ ਤਾਂ ਉਹ ਫਿਰ ਕਿਤੇ ਵੀ ਜਿੱਥੇ ਉਤਰੀ ਆਈ ਗੱਲ ਤੇ ਉੱਥੇ ਲਿਖਣੀ ਬਣਦੀ ਹੈ ਜੀ ਜੀ ਕਿ ਇਨਸਾਨ ਕਹਿੰਦੇ ਕਿ ਲਿਖਣ ਵਾਸਤੇ ਇੱਕ ਸ਼ਾਇਰ ਹੋਣ ਵਾਸਤੇ ਤੁਹਾਨੂੰ ਪੋਇਟਰੀ ਚਾਹੀਦੀ ਤੁਹਾਨੂੰ ਲਿਟਰੇਚਰ ਬਹੁਤ ਪੜ੍ਹਨਾ ਚਾਹੀਦਾ ਉਹਨਾਂ ਤੋਂ ਬਿਨਾਂ ਤਾਂ ਅਧੂਰਾ ਹੈ ਉਹ ਜਾਣ ਵਾਸਤੇ ਇਨਸਪੀਰੇਸ਼ਨ ਮਿਲਦੀ ਹੈ ਕੋਈ ਨਾ ਕੋਈ ਆਈਡੀਆ ਮਿਲਦਾ ਹੈ ਕੋਈ ਨਵੀਂ ਸੇਧ ਮਿਲਦੀ ਹੈ ਨਵੀਂ ਵਿਉਂਤ ਮਿਲਦੀ ਹੈ ਸੋ ਉਹ ਬਹੁਤ ਜ਼ਰੂਰੀ ਹੈ ਪੜ੍ਹਨਾ ਵਿਚਾਰਨਾ ਬਹੁਤ ਜ਼ਰੂਰੀ ਹੈ ਔਰ ਸਿਆਣਿਆਂ ਦੀ ਸੰਗਤ ਕਰਨਾ ਵੀ
ਸੰਗਤ ਦੇ ਵਿੱਚੋਂ ਵੀ ਰੰਗਤ ਮਿਲਦੀ ਹੈ। ਜੀ ਜੀ। ਔਰ ਤੁਹਾਡੀ ਇੰਸਪੀਰੇਸ਼ਨ ਹੋਰ ਸ਼ਾਇਰਾਂ ਨੂੰ ਸੁਣਨਾ, ਹੋਰ ਸ਼ਾਇਰਾਂ ਦੀ ਸ਼ਾਇਰੀ ਪੜ੍ਹਨਾ, ਕਲਾਕਾਰਾਂ ਨੂੰ ਸੁਣਨਾ, ਉਹਨਾਂ ਦੇ ਵਿੱਚੋਂ ਵੀ ਬਹੁਤ ਅੱਛਾ ਮਿਲ ਜਾਂਦਾ। ਜੀ। ਤੁਹਾਡੇ ਫੇਵਰਿਟ ਸ਼ਾਇਰ? ਸੁਰਜੀਤ ਪਾਤਰ ਜੀ। ਵਾਹ। ਹਾਂਜੀ, ਪਾਤਰ ਸਾਹਿਬ, ਸ਼ਿਵ ਕੁਮਾਰ ਬਟਾਲਵੀ ਸਾਹਿਬ ਪਹਿਲਾਂ ਸੀ। ਜੀ ਜੀ। ਸ਼ਿਵ ਦਾ ਸਰੂਪ ਹੀ ਹੈ। ਮੈਂ ਸੁਰਜੀਤ ਪਾਤਰ ਜੀ ਨੂੰ ਬਹੁਤ ਮਾਣ ਸਤਿਕਾਰ ਦਿੰਦਾ, ਕਿਉਂਕਿ ਉਹਨਾਂ ਦੇ ਜ਼ਰੀਏ ਪੰਜਾਬੀ ਜ਼ਬਾਨ ਦੀ ਜਿਹੜੀ ਸ਼ਾਇਰੀ ਹੈ ਉਹ ਉੱਚੀ ਤੇ ਸੁੱਚੀ ਹੈ। ਜੀ ਜੀ। ਰੱਬ ਉਹਨਾਂ ਦੀ ਸਿਹਤ ਔਰ ਤੰਦਰੁਸਤੀ ਇੰਨੀ ਬਣਾਵੇ ਤਾਂ ਕਿ ਹੋਰ ਬਹੁਤ ਕੁਝ ਕਰ ਸਕਣ। ਠੀਕ ਆ ਮਾਨ ਸਾਹਿਬ, ਤੁਹਾਡੇ 2 ਸ਼ੋਅ ਹੋ ਚੁੱਕੇ ਨੇ ਜੀ। ਤੇ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਸ਼ੋਅ, ਕਿਉਂਕਿ ਹੁਣ ਤੁਹਾਡੇ ਸੈਂਕੜੇ ਹਜ਼ਾਰਾਂ ਗੀਤ ਹੋਏ ਨੇ ਔਰ ਹਰੇਕ ਗੀਤ ਹਿੱਟ ਹੋਇਆ, ਸੋ ਤੁਸੀਂ ਜਾਣੀ ਕਿ ਡਿਸਾਈਡ ਕਿੱਦਾਂ ਕਰਦੇ ਜੇ ਇਸ ਟੂਰ ਤੇ ਆਹ ਗੀਤ ਗਾਏ ਜਾਣਗੇ ਜਾਂ ਇਸ ਟੂਰ ਤੇ ਆਹ ਗੀਤ ਗਾਏ ਜਾਣਗੇ, ਕਿਉਂਕਿ ਸਾਰੇ ਤਾਂ ਗੀਤ ਤੁਸੀਂ ਗਾ ਨਹੀਂ ਸਕਦੇ। ਤੁਸੀਂ ਸਟੇਜ ਤੇ ਐਂਕਰਿੰਗ ਕੀਤੀ ਹੈ ਸਾਡੇ ਨਾਲ, ਔਰ ਸੁੱਖੀ ਦੀਆਂ ਲਹਿਰਾਂ ਬਹੁਤ ਮਸ਼ਹੂਰ ਨੇ। ਸੁੱਖੀ ਦੀ ਲਹਿਰ ਇੱਕ ਜਿਹੜੀ ਵੇਵਸ ਜਿਹੜੀਆਂ ਤੁਸੀਂ ਮੇਰੇ ਖਿਆਲ ਤੋਂ ਉੱਥੋਂ ਹੀ ਸ਼ੁਰੂ ਹੀ ਹੋਈਆਂ। ਇਸ ਕਰਕੇ ਮੈਂ ਸੁੱਖੀ ਦੀਆਂ ਲਹਿਰਾਂ ਕਹਿਣਾ। ਸੋ ਤੁਸੀਂ ਸਟੇਜ ਤੇ ਪ੍ਰੋਗਰਾਮ ਕੀਤਾ, ਕਦੇ ਕੋਈ ਤਰਤੀਬ ਨਹੀਂ ਬਣਾ ਕੇ ਰੱਖੀ ਜੀ। ਕਈ ਵਾਰੀ ਆਡੀਅנס ਆਪਣੇ ਆਪ ਹੀ ਤਰਤੀਬ ਦੇਈ ਜਾਂਦੀ। ਜੀ ਜੀ। ਜਿਵੇਂ ਜਿਵੇਂ ਆਡੀਅנס ਦੀ ਤੁਸੀਂ ਚਿਹਰੇ ਪੜ੍ਹਦੇ ਜਾਂਦੇ ਹੋ, ਉਸੇ ਤਰ੍ਹਾਂ ਦੇ ਗੀਤ ਉਤਰਦੇ ਜਾਂਦੇ ਨੇ, ਉਸੇ ਤਰ੍ਹਾਂ ਦੀ ਵੰਨਗੀ, ਉਸੇ ਤਰ੍ਹਾਂ ਦਾ ਜਿਹੜਾ ਮੈਂ ਕਹੂੰਗਾ ਕਿ ਉਸੇ ਤਰ੍ਹਾਂ ਢਲ ਜਾਂਦਾ, ਉਸ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਮੂਡ ਬਣ ਜਾਂਦਾ ਜੀ। ਔਰ ਆਬਵੀਅਸਲੀ ਜਦੋਂ ਮੈਂ ਤੁਹਾਡੇ ਨਾਲ ਸ਼ੋਅਸ ਕੀਤੇ, ਕਈ ਪੀਰ ਤੇਰੇ ਚਾਹੁੰਦੇ ਇਹ ਗਾ ਦੋ ਉਹ ਗਾ ਦੋ, ਔਰ ਤੁਸੀਂ ਸੁਣ ਕੇ ਫਿਰ ਤੁਸੀਂ ਗਾ ਵੀ ਦਿੰਦੇ ਹੋ। ਇਹਦੇ ਵਿੱਚ ਬੜੀ ਖੁਸ਼ੀ। ਉਹਨਾਂ ਨੂੰ ਖੁਸ਼ ਕਰਨਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਵਾਸਤੇ ਤਾਂ ਆਏ। ਜੀ ਜੀ ਜੀ। ਜੇ ਉਹਨਾਂ ਨੂੰ ਖੁਸ਼ ਨਾ ਕੀਤਾ ਤਾਂ ਫਿਰ ਕੁਛ ਨਾ ਕੀਤਾ। ਔਰ ਤੁਹਾਡੇ ਸਾਜੀਆਂ ਬਾਰੇ ਵੀ ਦੱਸਿਆ, ਕਿਉਂਕਿ ਆਬਵੀਅਸਲੀ ਉਹ ਵੀ ਬੜਾ ਇੰਪੋਰਟੈਂਟ ਪਾਰਟ ਤੁਹਾਡੀ ਜ਼ਿੰਦਗੀ ਦੇ ਵਿੱਚ, ਔਰ ਪਹਿਲੇ ਦਿਨ ਤੋਂ ਤੁਹਾਡੇ ਨਾਲ ਨੇ। ਆਬਵੀਅਸਲੀ ਭੋਲਾ ਸਾਹਿਬ ਤਾਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਢੋਲਕ ਮਾਸਟਰ। ਤੁਸੀਂ ਪਹਿਲੇ ਬੰਦੇ ਜਿਨ੍ਹਾਂ ਨੇ ਉਹਨਾਂ ਨੇ ਭੋਲੇ ਦੇ ਨਾਲ ਸਾਹ ਲਾਇਆ। ਭੋਲਾ ਸਾਹਿਬ ਜਦੋਂ ਮਾਨ ਸਾਹਿਬ ਜਿਹੜਾ ਮਾਨ ਸਾਹਿਬ ਦੇ ਨਾਲ ਬਣ ਗਿਆ, ਉਹ ਸਾਹ ਵੀ ਬਣ ਗਿਆ। ਜਿਉਂਦਾ ਰਹੇ ਖੁਸ਼ ਕਰ, ਉਹ ਸਾਹ ਵੀ ਬਣ ਗਿਆ ਜੀ। ਔਰ ਸੁਖੀ ਸਾਡੇ ਨਾਲ ਹੈ ਜੱਸੀ ਜੀ ਗਿਟਾਰ ਦੇ ਉੱਤੇ ਜੀ ਜੀ, ਔਰ ਤੁਲਸੀ ਜੀ ਹੈ ਕੀਬੋਰਡ ਦੇ ਉੱਤੇ, ਔਰ ਮੋਨੂ ਹੈ ਸਾਡਾ ਡਰਮ ਸੈਟ ਦੇ ਉੱਤੇ, ਔਰ ਆਕਟੋਪੈਡ ਦੇ ਉੱਤੇ ਵਿੱਕੀ ਹੈ, ਸੋਨੀ ਹੈ ਤਬਲੇ ਤੇ, ਔਰ ਮਨੀਸ਼ ਹੈ ਢੋਲ ਔਰ ਢੋਲਕ ਦੇ ਉੱਤੇ। ਜੀ ਜੀ। ਤੇ ਹੁਣ ਭੋਲਾ ਜਿਹੜਾ ਢੋਲਕ ਦੇ ਉੱਤੇ ਹੁੰਦਾ ਸੀ, ਉਹਨੂੰ ਪਹਿਲੀ ਵਾਰੀ ਹਾਰਮੋਨੀਅਮ ਤੇ ਲਿਆ। ਉਹ ਪ੍ਰਮੋਸ਼ਨ ਹੋ ਗਿਆ ਹਾਰਮੋਨੀਅਮ ਦੇ ਉੱਤੇ। ਇਹ ਸਾਬ ਤਾਂ ਹੀ ਨਿਕਲ ਗਿਆ ਮੁੱਝ ਥੋੜਾ ਡਿਫਰੈਂਟ। ਦੋ ਮੁੰਡੇ ਹੈ ਮਨੋਜ ਔਰ ਪਰਮ, ਇਹ ਸਾਡੇ ਨਾਲ ਬੈਕ ਜਿਹੜਾ ਕੋਰਸ ਹੈ ਉਹ ਪਲੇ ਕਰਨਗੇ ਉਹਦੇ ਚ, ਔਰ ਸਾਥ ਤੇ ਨਾਲ ਐਂਕਰਿੰਗ ਵੀ ਕਰੇਗਾ ਪਰਮ। ਜੀ ਜੀ ਜੀ, ਕੀ ਬਾਤ। ਚਲੋ ਪਰਮ ਨੇ ਮੇਰੀ ਜੌਬ ਲੈ ਲਈ ਤਾਂ ਮੈਂ ਇਦਾਂ ਕਰਦਾ ਨਾ, ਹੁਣ ਫੜ ਕੇ ਪਰਮ ਨੂੰ ਘਰ ਲੈ ਜੇ, ਡੋਰ ਬੰਦ ਕਰ ਦਿੰਦਾ। ਬੜੀ ਇਸ ਨਾਈਸ। ਮਾਨ ਸਾਹਿਬ, ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਐਮਸੀ ਔਰ ਯੂਕੇ ਬਾਕਸ ਆਫਿਸ ਸ਼ੋਅ ਭਾਜੀ ਉਹਨਾਂ ਦਾ ਮੈਂ ਰੋਮ ਧੰਨਵਾਦ ਕਰਦਾ ਕਿ ਤੁਹਾਡੀ ਸਟੇਜ ਤੇ ਮੈਨੂੰ ਸਪੈਸ਼ਲ ਰੋਲ ਐਲਬਰਟ ਹੋਪ ਜਦੋਂ ਆਪੇ ਕੀਤਾ। ਕੀ ਬਾਤ। ਸੋਲਡ ਆਊਟ 2 days। ਜੀ, ਉਹ ਬੜੀ ਸਾਡੇ ਹਿਸਟੋਰੀਕਲ ਇੱਕ ਸਾਡੇ ਵਾਸਤੇ ਮੂਮੈਂਟ ਸੀ। ਜੀ ਜੀ, ਉਹ ਹਮੇਸ਼ਾ ਯਾਦ ਰਹੇ। ਜੀ ਜੀ, ਯਾਦ ਰਹੇਗੀ। ਉਹ ਜਦੋਂ ਅਸੀਂ ਇੱਕ ਵਾਰੀ ਲਤਾ ਜੀ ਦਾ ਉੱਥੇ ਕਨਸਰਟ ਹੋਈ ਸੀ, ਉਸ ਦੇ ਵਿੱਚ ਮੈਂ ਉਹ LP ਰਿਕਾਰਡ ਸੀਗਾ, ਉਸ ਨੂੰ ਸੁਣਦਾ ਹੁੰਦਾ ਸੀਗਾ ਜੀ। ਉਸ ਨੂੰ ਸੁਣਦੇ ਹੁੰਦੇ ਸੀ ਤੇ ਉਹਦੇ ਚ ਦਲੀਪ ਸਾਹਿਬ ਨੇ ਸਟਾਰਟ ਦੇ ਜਿਹੜੇ ਬੋਲ ਬੋਲੇ ਆ ਨਾ, ਜਿਹੜੇ ਲਤਾ ਜੀ ਲਈ, ਉਹ ਕਮਾਲ ਐ ਬੰਨ ਲਈ ਪਿਨ ਡ੍ਰੌਪ ਸਾਇਲੈਂਸ, ਔਰ ਦਲੀਪ ਸਾਹਿਬ ਦਾ ਬੋਲਣਾ। ਸੋ ਫਿਰ ਬੋਲਣ ਵਾਲੀ ਬਾਤ ਤੋਂ ਉੱਪਰ ਉੱਠ ਕੇ ਬੋਲੇ ਜੀ ਜੀ। ਇਸ ਤਰ੍ਹਾਂ ਲੱਗਦਾ ਸੀ ਕੋਈ ਜਿਵੇਂ ਮੋਤੀ ਪਰੋ ਰਿਹਾ ਹੋ ਗਿਆ ਲਫ਼ਜ਼ਾਂ ਦੇ। ਮੈਂ ਸੋਚਦਾ ਹੁੰਦਾ ਸੀ ਯਾਰ ਕਿ ਉੱਥੇ ਸਾਡੇ ਪੰਜਾਬੀਆਂ ਦੇ ਵਿੱਚ ਮੇਰਾ ਖਿਆਲ ਕੋਈ ਵੀ ਨਹੀਂ ਗਿਆ। ਫਿਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਬਾਰੇ ਸੁਣਿਆ ਕਿ ਉਹਨਾਂ ਨੇ ਉੱਥੇ ਗਾਇਆ, ਰਫੀ ਸਾਹਿਬ ਨੇ ਵੀ ਉੱਥੇ ਕੀਤਾ। ਧੰਨ ਭਾਗ ਸਾਨੂੰ ਵੀ ਮੌਕਾ ਮਿਲਿਆ। 2 nights sold out। ਦਾਤੇ ਦੀ ਮਿਹਰ। Both nights sold out। ਔਰ ਭਾਜੀ ਆਬਵੀਅਸਲੀ ਤੁਹਾਡਾ ਰਿਹਾ ਕਿ ਮੈਨੂੰ ਇੱਕ ਤੁਹਾਡੀ ਜ਼ਿੰਦਗੀ ਦੇ ਬਹੁਤ ਹੀ ਇੰਪੋਰਟੈਂਟ ਇਨਸਾਨ ਦੇ ਨਾਲ ਮੁਲਾਕਾਤ ਹੋਈ, ਜੋ ਕਿ ਮਿਸਿਸ ਮਾਨ ਮਨਜੀਤ ਜੀ। ਉਹਨਾਂ ਦਾ ਦੱਸੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਰੋਲ ਉਹਨਾਂ ਨੇ ਤੁਹਾਨੂੰ, ਗੁਰਦਾਸ ਮਾਨ ਅਗਰ ਹੈ ਤੇ ਉਹ ਹੁਣ ਵੀ ਉਹ ਬੈਕ ਸਟੇਜ ਜਿੱਥੇ ਮਰਜ਼ੀ ਤੁਹਾਡੇ ਨਾਲ ਹੁੰਦੇ ਨੇ, ਉਹਨਾਂ ਨੇ ਤੁਹਾਡੀ ਦੇਖਭਾਲ ਕਰਨੀ। ਆਈ ਥਿੰਕ ਉਹਨਾਂ ਨੂੰ ਸ਼ਾਬਾਸ਼ ਦੇਣੀ ਸਭ ਤੋਂ ਵੱਡੀ ਜੌਬ ਹੈ ਮੇਰਾ ਖਿਆਲ ਹੈ, ਕਿਉਂਕਿ ਕਲਾਕਾਰ ਨੂੰ
ਜਿਹੜਾ ਇਹ ਪੂਰਾ ਉਸ ਤਰਤੀਬ ਦੇ ਵਿੱਚ ਰੱਖਣਾ ਕਿ ਉਹਨੇ ਕਦੋਂ ਜਾਣਾ ਹੈ, ਕਿੱਥੇ ਜਾਣਾ ਹੈ, ਕਿਹੜੀ ਟਿਕਟ ਉਹਦੇ ਵਾਸਤੇ ਕਰਵਾਉਣੀ ਹੈ, ਕਿਹੜਾ ਟਾਈਮ ਉਸ ਦੇ ਵਾਸਤੇ ਸੂਟ ਕਰੂਗਾ, ਔਰ ਉਸ ਜਗ੍ਹਾ ਤੇ ਪਹੁੰਚ ਕੇ ਉਹ ਕਿੰਨੀ ਦੇਰ ਰੈਸਟ ਕਰ ਸਕਦੇ ਨੇ, ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ। ਇਹ ਕਲਾਕਾਰ ਦੇ ਆਪਣੇ ਵਕਤ ਬੰਦਾ ਪਾਗਲ ਹੋ ਜਾਏ ਇਹ ਚੀਜ਼ ਕਰਦੇ ਕਰਦੇ, ਕਿਉਂਕਿ ਹਿਸਾਬ ਕਿਤਾਬ ਹੈ ਜੀ ਜੀ ਜਿੱਥੇ ਹਿਸਾਬ ਕਿਤਾਬ ਆਉਂਦਾ ਉੱਥੇ ਕਲਾ ਆਸੇ ਪਾਸੇ ਹੋ ਜਾਂਦੀ। ਅੱਛਾ ਐਕਟਿਵ ਮਤਲਬ ਜਿਹੜੀ ਉੱਥੇ ਕ੍ਰੀਏਟੀਵਿਟੀ ਸਾਈਡ ਤੇ ਹੋ ਜਾਂਦੀ ਹੈ, ਕਿਉਂਕਿ ਜਦੋਂ ਪਿੱਛੇ ਉਹਨੂੰ ਸੰਭਾਲਣ ਵਾਲੇ ਬੰਦੇ ਚਾਹੀਦੇ, ਜਿਵੇਂ ਹੁਣ ਅਸ਼ੋਕ ਜੀ ਹੈ, ਇਸ ਨੇ ਹੁਣ ਪ੍ਰੋਗਰਾਮਾਂ ਨੂੰ ਐਸੀ ਖੂਬਸੂਰਤ ਤਰਤੀਬ ਦਿੱਤੀ ਹੈ ਕਿ ਬੰਦੇ ਨੂੰ ਨਾ, ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਸੈਟਰਡੇ ਸੰਡੇ ਪ੍ਰੋਗਰਾਮ ਹੁੰਦੇ ਸੀ, ਹੁਣ ਉਸਨੇ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਹੈ ਕਿ 2 ਦਿਨਾਂ ਦੇ ਵਕਫੇ ਤੋਂ ਬਾਅਦ ਪ੍ਰੋਗਰਾਮ ਨਾ, ਬੰਦਾ ਇੰਨੀ ਦੇਰ ਦਾ ਵਿਹਲਾ ਬਹਿ ਕੇ ਵੀ ਬੰਦਾ ਥੱਕ ਜਾਂਦਾ। ਹਾਂਜੀ ਹਾਂਜੀ ਉਸ ਨੂੰ ਤਾਂ ਇੱਕ ਚਾਹੀਦਾ ਹੁੰਦਾ ਹੈ ਐਕਟਿਵ, ਜੀ ਮਤਲਬ ਉਹਨੂੰ ਰੱਖਣਾ ਜ਼ਰੂਰੀ ਹੈ। ਸੋ ਮੈਂ ਅਸ਼ੋਕ ਜੀ ਨੂੰ ਬਹੁਤ ਵਧਾਈ ਦੇਵਾਂਗਾ ਕਿ ਉਹਨਾਂ ਨੇ ਕਲਾਕਾਰਾਂ ਨੂੰ ਇੱਕ ਪ੍ਰੋਫੈਸ਼ਨਲੀ ਖੂਬਸੂਰਤ ਮੰਚ ਦਿੱਤੇ ਨੇ। ਜੀ 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 ਔਰ ਮਿਸਿਸ ਮਾਨ ਜੀ ਉਹਨਾਂ ਦੇ ਸੌਰੀ ਵਾਪਸ ਉੱਥੇ ਗੱਲ ਜਾਣ ਵਾਸਤੇ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਿਵੇਂ? obviously ਸਾਨੂੰ ਪਤਾ ਥੋੜਾ ਪਤਾ ਬਟ ਥੋੜੀ ਬਹੁਤ ਸਾਡੇ ਨਾਲ ਸ਼ੇਅਰ ਕਰੋ ਪਲੀਜ਼। ਨਹੀਂ ਮੈਂ ਨਹੀਂ ਕਦੇ ਪੁੱਛਿਆ ਕਿ ਜਿਹੜੀ ਬ੍ਰਿਟਿਸ਼ ਦੀ ਆਡੀਅנס ਆ ਉਹ ਥੋੜੀ ਜਿਹੀ ਯੰਗ ਆਡੀਅנס, ਥੋੜੀ ਡਿਫਰੈਂਟ ਆਡੀਅנס, ਔਰ ਅਸੀਂ ਚਾਹੁੰਦੇ ਕਿ ਜਿੱਦਾਂ ਮੈਂ ਤੁਹਾਡੇ ਨਾਲ ਜੁੜਿਆ ਮੈਂ ਚਾਹੁੰਦਾ ਕਿ ਉਹ ਵੀ ਤੁਹਾਡੇ ਨਾਲ ਏਦਾਂ ਜੁੜਨ। ਕੋਈ ਚੀਜ਼ ਜੁੜਦੀ ਹੈ ਤੇ ਪਿਆਰ ਨਾਲ ਜੁੜਦੀ ਹੈ, ਹੈ ਨਾ, ਪਿਆਰ ਦੇ ਨਾਲ। ਸੋ ਥੋੜੇ ਜਿਹਾ ਸਾਨੂੰ ਦੱਸੋ ਕਿ ਪਿਆਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਹਮੇਸ਼ਾ ਹੀ ਸਵੀਕਾਰ ਹੁੰਦੀਆਂ। ਜੀ ਜੀ ਸੋ ਕਾਲਜ ਵਿੱਚ ਪੜ੍ਹਦੀ ਹਾਂ ਮੈਂ ਤੇਰੇ ਹੀ ਵਾਸਤੇ, ਅੱਛਾ ਲੋਕਾਂ ਨਾਲ ਲੜਦੀ ਹਾਂ ਮੈਂ ਤੇਰੇ ਵਾਸਤੇ, ਤੂੰ ਨਾ ਫੜਾਵੇਂ ਸਾਨੂੰ ਪੱਲਾ, ਜੇ ਸੋਹਣਿਆ ਮੋੜ ਦੇ ਨਿਸ਼ਾਨੀ ਸਾਡੀ ਛੱਲਾ। ਸੋ ਛੱਲੇ ਇਹ ਗੀਤ ਵੀ ਸ਼ਾਇਦ ਇਸੇ ਬਰਤਾਂਤ ਨਾਲ ਨਿਕਲਦੇ ਨੇ ਕਿ ਕੋਈ ਨਾ ਕੋਈ ਕਹਾਣੀ ਹਰ ਗੀਤ ਦੇ ਪਿੱਛੇ ਹੁੰਦੀ ਹੈ। ਸੋ ਮਨਜੀਤ ਆਪਣੇ ਆਪ 'ਚ ਇੱਕ ਕਹਾਣੀ ਹੈ, ਇੱਕ ਸਬਜੈਕਟ ਹੈ ਜਿਸ ਨੂੰ ਜਿੰਨਾ ਲਿਖੀ ਜਾਈਏ ਉਨਾ ਹੀ ਘੱਟ ਹੋਏ। ਜੀ ਜੀ ਸਿਹਤ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਮਾਲਕ, ਕਿਉਂਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਮੇਰੀ ਲਾਈਫ ਦੇ ਵਿੱਚ। ਜੀ ਜੀ ਔਰ ਤੁਹਾਡੇ ਜਾਨਕੀ ਗੀਤਾਂ ਦੇ ਵਿੱਚ ਜਾਂ ਤੁਹਾਡੀ ਸ਼ਾਇਰੀ ਦੇ ਵਿੱਚ ਕਦੇ ਉਹਨਾਂ ਨੇ ਕੋਈ ਗੀਤ ਲਿਖਿਆ ਕੋਈ ਸਮਟਾਈਮਸ ਅਸੀਂ ਸੋਚਦੇ ਸ਼ਾਇਦ ਉਹ ਵੀ ਇਨਪੁਟ ਕਰਦੇ ਹੋਣਗੇ। ਇੱਕ ਵਾਰੀ ਅਫਵਾਹ ਬਹੁਤ ਉੱਡੀ ਸੀ, ਕਹਿੰਦੇ ਯਾਰ ਗੁਰਦਾਸ ਮਾਨ ਦੇ ਗੀਤ ਉਹਦੀ ਘਰ ਵਾਲੀ ਲਿਖਦੀ। ਉਹ ਅੱਛਾ ਨਹੀਂ ਮੈਂ ਨਹੀਂ ਸੁਣੀ ਇਹ, ਪਰ ਤੁਸੀਂ ਦੱਸ ਦਿਓ। ਹਾਂਜੀ ਬਹੁਤ ਇਸ ਤਰ੍ਹਾਂ ਦਾ ਹੋਇਆ ਸੀਗਾ, ਕਹਿੰਦੇ ਗੁਰਦਾਸ ਮਾਨ ਦੀ ਘਰ ਵਾਲੀ, ਕਹਿੰਦਾ ਯਾਰ ਉਹ ਤਾਂ ਚਲੋ ਗੀਤ ਲਿਖਦੀ ਹੈ, ਕਈ ਬੰਦੇ ਜਿਹੜੇ ਸਿਆਣੇ ਬੰਦੇ ਨੇ ਕਿਸੇ ਨੇ ਗੱਲ ਕੀਤੀ ਕਿ ਚੱਲ ਯਾਰ ਉਹ ਮਤਲਬ ਲਿਖਦੀ ਹੈ, ਪਰ ਉਹ ਸਟੇਜ ਤੇ ਕੋਈ ਕਈ ਵਾਰੀ ਨਵੀਂ ਗੱਲ ਕਰ ਜਾਂਦਾ, ਉਹ ਕੌਣ ਲਿਖਦਾ, ਉਹ ਕਿੱਥੋਂ ਆਉਂਦੀ ਹੈ? ਫਿਰ ਉਹਨਾਂ ਨੂੰ ਸਮਝ ਆਇਆ, ਹੌਲੀ ਹੌਲੀ ਸਮਝ। Welcome after the break. I'm in conversation with the legend that is Gurdas Mann. So wherever you're watching today is the day to learn, and we are learning. ਭਾਜੀ ਜਦੋਂ ਮੈਂ ਕਾਫੀ ਯੰਗਸਟਰ ਦੇ ਨਾਲ ਫੇਸਬੁੱਕ ਟਵਿੱਟਰ ਤੇ ਗੱਲ ਕਰਦਾ, ਹੁਣ ਵੀ ਮੈਂ ਉਹਨਾਂ ਨੂੰ ਪੋਸਟ ਕੀਤਾ ਕਿ ਮੈਂ ਮਾਨ ਸਾਹਿਬ ਨੂੰ ਮਿਲਣਾ, ਉਹ ਕਹਿੰਦੇ ਕਿ ਮਾਨ ਸਾਹਿਬ ਦਾ ਧੰਨਵਾਦ ਕਰਿਓ ਸਾਡੇ ਵੱਲੋਂ, ਕਿਉਂਕਿ ਕਹਿੰਦੇ ਕਿ ਪਹਿਲਾਂ ਸਾਡੇ ਡੈਡੀ ਹੁਣੀ ਸੁਣਦੇ ਸੀ, ਹੁਣ ਅਸੀਂ ਉਹਨਾਂ ਨੂੰ ਸੁਣਦੇ ਆਏ ਹਾਂ, ਔਰ ਪੰਜਾਬੀ ਜ਼ਬਾਨ ਅਸੀਂ ਸਿੱਖੀ ਤਾਂ ਖੁਦ ਮੈਂ ਇੱਥੇ ਬੈਠਾ ਵੀ ਕਹਿ ਸਕਦਾ ਤੁਹਾਡੇ ਗੀਤਾਂ ਦੇ ਵਿੱਚੋਂ ਸਿੱਖੀ ਅਸੀਂ। ਤੇ ਅਗਰ ਤੁਸੀਂ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਕਿ ਪੰਜਾਬੀ ਬਾਰੇ, ਤੁਸੀਂ ਪੰਜਾਬੀ ਦੀ ਗੱਲ ਵੀ ਕੀਤੀ, ਪੰਜਾਬੀ ਇਹ ਜ਼ਬਾਨੇ ਨੇ, ਜ਼ਬਾਨੇ ਮੇਰੇ ਦੇਸ਼ ਦੀ ਹੈ, ਸਾਨੂੰ ਇਹ ਪੰਜਾਬੀ ਸਾਂਭਣ ਲਈ ਕਿੰਨੀ ਕੁ ਜ਼ਰੂਰੀ ਹੈ ਤੁਹਾਡੇ ਵੱਲੋਂ? ਤੁਸੀਂ ਇੱਕ ਆਰਟਿਸਟ ਨਹੀਂ, ਤੁਸੀਂ ਸਾਡੇ ਵਾਸਤੇ ਇੱਕ ਥੰਮ ਹੋ, ਔਰ ਤੁਹਾਨੂੰ ਅਸੀਂ ਫੋਲੋ ਕਰਦੇ ਇਸ ਕਰਕੇ ਕਿਉਂਕਿ ਜਦੋਂ ਅਸੀਂ ਪੰਜਾਬੀ ਦੇ ਬਾਰੇ ਸੋਚੀਦਾ ਸੀ ਸਾਡੇ ਮਾਈਂਡ ਦੇ ਵਿੱਚ ਗੁਰਦਾਸ ਮਾਨ ਦੀ ਤਸਵੀਰ ਆਉਂਦੀ ਹੈ। ਸੋ ਤੁਸੀਂ ਦੱਸੋ ਕਿ ਸਾਡੇ ਵਾਸਤੇ ਕਿੰਨੀ ਚੀਜ਼ ਵੱਡੀ ਸਾਂਭਣ ਵਾਸਤੇ, ਸਾਡੇ ਜਜ਼ਬਾਤ, ਸਾਡੇ ਕਲਚਰ। ਓਬਵੀਅਸਲੀ ਤੁਸੀਂ ਦੇਸ਼ਾਂ ਦੇ ਵਿੱਚ ਘੁੰਮਦੇ ਫਿਰਦੇ ਹੋ, ਤੁਹਾਨੂੰ ਪਤਾ ਲੱਗਦਾ ਹੋ ਕਿ ਇਹ ਨਹੀਂ ਰੱਖ ਹੁੰਦੇ, ਉੱਡੀ ਜਾਂਦੇ ਨੇ, ਇਹਦੇ ਬਾਰੇ ਕੁਝ ਸਾਨੂੰ ਦੱਸੋ। ਬਹੁਤ ਜ਼ਰੂਰੀ ਹੈ, ਪਹਿਲਾਂ ਤਾਂ 5 ਦਰਿਆਵਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਜੀ। 5 ਦਰਿਆਵਾਂ ਦੇ ਵਿੱਚੋਂ ਕੁਝ ਦਰਿਆ ਤਾਂ ਮੇਰੇ ਖਿਆਲ ਸੁੱਕੇ ਹੀ ਵਗਦੇ ਵਿਚਾਰੇ, ਜਿਨ੍ਹਾਂ ਦੇ ਵਿੱਚ ਪਾਣੀ ਨਹੀਂ, ਉਹ ਦਰਿਆ ਕਾਹਦਾ ਰਹੇਗਾ। ਸੋ ਜਿਸ ਕੌਮ ਦੇ ਵਿੱਚ ਜਵਾਨੀ ਨਹੀਂ, ਉਹ ਕੌਮ ਕਾਹਦੀ ਰਹੇਗੀ? ਨਸ਼ਿਆਂ ਨੇ ਖਾ ਲਈ, ਬੇਰੁਜ਼ਗਾਰੀ ਨੇ ਖਾ ਲਈ। ਸੋ ਇਹ ਜਵਾਨੀ ਔਰ ਦਰਿਆਵਾਂ ਦੀ ਰਵਾਨੀ ਸੰਭਾਲਣੀ ਬਹੁਤ ਜ਼ਰੂਰੀ ਹੈ। ਪੰਜਾਬ ਦੀ ਕਲਚਰ ਇੰਨੀ ਅਮੀਰ ਹੈ, ਇੰਨੀ ਰਿਚ ਹੈ, ਇਹ ਵਿਰਸਾ, ਜੇ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਇਹਨੇ ਗੁਆਚ ਜਾਣਾ ਔਰ ਗੁਆਚ ਰਿਹਾ ਹੈ। ਸੋ ਗੌਰਮੈਂਟ ਨੂੰ ਇਹਦੇ ਲਈ ਉਪਰਾਲੇ ਕਰਨੇ ਚਾਹੀਦੇ, ਔਰ ਖਾਸ ਕਰਕੇ ਹਰ ਬੰਦਾ ਜਿਹੜਾ ਪੰਜਾਬੀ ਨਾਲ ਜੁੜਿਆ ਹੋਵੇ, ਉਹ ਪੰਜਾਬੀ ਨੂੰ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ
ਉਸ ਨੂੰ ਪੰਜਾਬੀ ਗੁਰਮੁਖੀ ਦੇ ਨਾਲ ਜੋੜ ਕੇ ਰੱਖੇ, ਤਾਂ ਕਿ ਉਹ ਕੋਈ ਵੀ ਜਦੋਂ ਉਹਨਾਂ ਦਾ ਦਿਲ ਕਰੇ ਜਾਂ ਕੋਈ ਪੜ੍ਹਨ ਨੂੰ ਕੋਈ ਚੀਜ਼ ਮਿਲੇ ਤਾਂ ਉਦੋਂ ਉਹ ਚੀਜ਼ ਨੂੰ ਪੜ੍ਹ ਸਕਣ, ਔਰ ਜਦੋਂ ਕੋਈ ਪੁੱਛੇ ਤਾਂ ਉਹਦੇ ਬਾਰੇ ਸਹੀ ਦੱਸ ਸਕਣ ਕਿ ਇਹ ਸਾਡਾ ਇਤਿਹਾਸ ਹੈ, ਇਹ ਸਾਡੀ ਹਿਸਟਰੀ ਹੈ, ਇਹ ਸਾਡੀ ਕਲਚਰ ਹੈ, ਇਹ ਸਾਡੀਆਂ ਰਸਮਾਂ, ਇਹ ਸਾਡੇ ਰਿਵਾਜ ਨੇ। ਜੇ ਸਾਨੂੰ ਪਤਾ ਹੀ ਨਹੀਂ ਹੈ ਆਪਣੀ ਕਲਚਰ ਬਾਰੇ ਤਾਂ ਤੁਸੀਂ ਦੱਸ ਵੀ ਨਹੀਂ ਸਕਦੇ। ਤੁਹਾਨੂੰ ਗੋਰਾ ਕੋਈ ਪੁੱਛ ਲੇ ਕਿ ਯਾਰ ਤੁਸੀਂ ਪੰਜਾਬੀ ਹੁੰਦੇ ਹੋ, ਤਾਂ ਹਾਂ ਪੰਜਾਬੀ ਹੁੰਦੇ। ਪੰਜਾਬੀ ਦੇ ਵਿੱਚ ਫਲਾਨੀ ਚੀਜ਼ ਕਿਸ ਤਰ੍ਹਾਂ ਹੁੰਦੀ ਹੈ, ਆਈ ਡੋਂਟ ਨੋ ਕਹਿ ਕੇ ਤਾਂ ਕੰਮ ਚੱਲਣਾ ਨਹੀਂ। ਪੰਜਾਬੀ ਫੀਲ ਤਾਂ ਹੀ ਪ੍ਰਾਊਡ ਫੀਲ ਕਰੇਗਾ ਜੇ ਉਹ ਦੱਸ ਸਕੇ ਕਿ ਬੰਦਾ ਸਿੰਘ ਬਹਾਦਰ ਕੌਣ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੌਣ ਸੀ, ਮਹਾਰਾਜਾ ਰਣਜੀਤ ਸਿੰਘ ਕੌਣ ਸੀ। ਇਹ ਸੂਰਮਿਆਂ ਯੋਧਾਂ ਦੀ ਧਰਤੀ ਹੈ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ, ਪੈਗੰਬਰਾਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿਹੜੇ ਭਾਗ ਲੱਗੇ ਨੇ, ਇਹ ਭਾਗ ਸੰਭਾਲਣੇ ਬਹੁਤ ਜ਼ਰੂਰੀ ਹੈ। ਔਰ ਸਾਡੇ ਕੋਲ ਸਾਂਭੇ ਕਿਉਂ ਨਹੀਂ ਜਾਂਦੇ? ਸਾਂਭੇ- ਸਾਡੀ ਜਦ ਕਿ ਇਹ ਜਿਹੜੀ ਸਾਡੀ ਕਮਜ਼ੋਰੀ ਕਿੱਥੇ ਲਾਈ ਕਰਦੀ ਹੈ? ਵੈਸਟਰਨ ਵਰਲਡ ਦੇ ਵਿੱਚ ਲਾਈ ਕਰਦੀ ਹੈ, ਕਿਉਂਕਿ ਸਾਡੀ ਐਜੂਕੇਸ਼ਨ ਹੈ ਜਿਹੜੀ, ਜੀ ਅਸੀਂ ਬੱਚਿਆਂ ਨੂੰ ਤਾਂ ਅੰਗਰੇਜ਼ੀ ਪੜ੍ਹਾ ਰਹੇ ਹਾਂ। ਉਹਨਾਂ ਸਕੂਲਾਂ ਦੇ ਵਿੱਚ ਹੀ ਹਮੇਸ਼ਾ ਹਰ ਮਾਂ ਬਾਪ ਦੀ ਜਿਹੜੀ ਖੁਆਇਸ਼ ਹੁੰਦੀ ਹੈ ਕਿ ਸਾਡਾ ਬੱਚਾ ਅੰਗਰੇਜ਼ੀ ਬੋਲੇ, ਅੰਗਰੇਜ਼ੀ ਪੜ੍ਹੇ, ਉਹ ਫੀਲ ਪ੍ਰਾਊਡ ਕਰਦੇ ਨੇ। ਜੀ ਪਰ ਜਦੋਂ ਪੰਜਾਬੀ ਦੀ ਗੱਲ ਆਉਂਦੀ ਕਹਿੰਦੇ ਕੋਈ ਨਹੀਂ, ਹੁਣ ਤਾਂ ਸਾਰੇ ਹੀ ਯਾਰ ਅੰਗਰੇਜ਼ੀ ਸਕੂਲਾਂ ਦੇ ਵਿੱਚ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ ਬੱਚੇ, ਆਪਣਾ ਵੀ ਉੱਥੇ ਹੀ ਹੋਣਾ ਚਾਹੀਦਾ। ਫਿਰ ਬਾਅਦ 'ਚ ਤੁਸੀਂ ਕਹੋਗੇ ਇਸ ਬੱਚੇ ਨੂੰ ਹੁਣ ਸਿਖਾਈਏ ਤੇ ਕਿਵੇਂ ਸਿਖਾਓਗੇ? ਉਹ ਤਾਂ ਜਨਮ ਤੋਂ ਹੀ ਉਹ ਚੀਜ਼, ਉਹ ਜਿਹੜੀ ਬੋਲੀ ਦੀ ਗੁੜਤੀ ਲੱਗਣੀ ਬਹੁਤ ਜ਼ਰੂਰੀ ਹੈ। ਜੀ ਜੀ। ਔਰ ਤੁਹਾਡੇ ਸੋਚਣ ਦੇ ਮੁਤਾਬਕ ਜਾਣੀ ਕਿ ਪੰਜਾਬੀ ਜੋ ਇੱਕ ਮਾਂ ਤੋਂ ਸ਼ੁਰੂ ਹੁੰਦੀ, ਕਿਉਂਕਿ ਹੁਣ ਮੇਰੇ ਵੀ ਬੱਚੇ ਨਾਲ ਨੇ, ਉਹਨਾਂ ਦੀ ਵੀ ਮਾਂ ਬੋਲੀ ਬਦਲ ਗਈ ਜੀ। ਕਿਉਂਕਿ ਮੇਰੇ ਘਰ ਵਾਲੇ ਉਹ ਅੰਗਰੇਜ਼ੀ ਬੋਲਦੇ ਔਰ ਸਾਡੇ ਕੋਲ ਵੀ ਨੈਚੁਰਲੀ ਬਾਬੇ, ਕਿਉਂ ਜੈਸਾ ਮਾਹੌਲ ਹੈ ਵੈਸਾ, ਜਾਂਦੀ ਹੈ। ਜੈਸਾ ਮਾਹੌਲ ਹੁੰਦਾ ਮਾਹੌਲ ਦਾ ਅਸਰ ਹੈ, ਸੰਗਤ ਦਾ ਅਸਰ ਹੈ। ਜੀ 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 ਜੈਸੀ ਸੰਗਤ ਵੈਸੀ ਰੰਗਤ, ਇਹ ਕਹਿੰਦੇ ਆਏ ਆ, ਇਹ ਸੁਣਦੇ ਵੀ ਆਏ ਆ। ਜਿਸ ਮਾਹੌਲ ਦੇ ਵਿੱਚ ਤੁਸੀਂ ਰਹਿ ਰਹੇ ਹੋ, ਸਾਰਾ ਦਿਨ ਤੁਸੀਂ ਜਿਹੜੀ ਜੌਬ ਕਰਦੇ ਹੋ ਉੱਥੇ ਸਾਰੇ ਅੰਗਰੇਜ਼ੀ ਬੋਲਦੇ ਆ, ਤਾਂ ਤੁਸੀਂ ਪੰਜਾਬੀ ਉੱਥੇ ਕਿਵੇਂ ਬੋਲੋਗੇ? ਜੀ ਉੱਥੇ ਜ਼ਰੂਰੀ ਹੈ ਉਹਨਾਂ ਦੀ ਗੱਲ ਕਰਨੀ, ਉਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰਨੀ। ਤੁਸੀਂ ਉਹਨਾਂ ਨੂੰ ਕਹੋ ਕਿ ਮੈਂ ਨਹੀਂ, ਮੇਰੀ ਗੱਲ ਜ਼ੁਬਾਨ ਦੇ ਵਿੱਚ ਕਰੋ, ਜੀ ਨਹੀਂ ਉਹ ਨਹੀਂ, ਉਹਨਾਂ ਦੇ ਮੁਤਾਬਕ ਹੋਣਾ ਪੈਣਾ, ਹੋਣਾ ਚਾਹੀਦਾ। ਜੀ ਜਿਹੜੇ ਮੁਲਕ ਦਾ ਖਾਈ ਹੈ ਬੁਰਾ ਉਸਦਾ ਬੁਰਾ ਨਹੀਂ ਮੰਗੀਦਾ। ਹਾਂਜੀ, ਜੀ ਜੀ ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨਹੀਂ ਪੰਡੀਦਾ। ਜੀ ਇਹ ਚੀਜ਼ਾਂ ਐਵੇਂ ਨਹੀਂ ਆਈਆਂ, ਇਹਦੇ ਪਿੱਛੇ ਇਹੀ ਵਜ੍ਹਾ ਹੈ। ਜੀ ਜੀ। ਹੁਣ ਸਰ ਆਬਵੀਅਸਲੀ ਤੁਸੀਂ, ਤੁਹਾਡਾ ਜੋ ਕਿ ਮੁੱਢ ਹੈ, ਤੁਸੀਂ ਇੰਡੀਆ ਪੰਜਾਬ ਦੇ ਵਿੱਚ ਰਹਿੰਦੇ ਹੋ, ਪੰਜਾਬ ਦੇ ਵਿੱਚ, ਕਦੇ ਤੁਹਾਡੇ ਦਿਲ 'ਚ ਇਹ ਨਹੀਂ ਆਇਆ ਕਿ ਅਸੀਂ ਬਾਹਰ ਵੀ ਰਹੀਏ ਜਾਂ ਬਾਹਰਲੇ ਸਿਟੀਜ਼ਨ ਹੋ ਜਾਈਏ, ਫਿਰ ਸਾਨੂੰ ਟਰੈਵਲ ਕਰਨਾ ਈਜ਼ੀ ਹੋ ਗਿਆ? ਕਿਉਂਕਿ ਸਾਨੂੰ ਇਦਾਂ ਲੱਗਦਾ ਕਿ ਜਿਹੜੇ ਬਾਹਰ ਬੈਠੇ ਨੇ ਉਹ ਸ਼ਾਇਦ ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਦਾ ਜ਼ਿਕਰ ਕਰਦੇ ਨੇ, ਪਰ ਜਿਹੜੇ ਸਾਡੇ ਜਨਰੇਸ਼ਨਸ ਆ, ਸ਼ਾਇਦ ਸਾਨੂੰ ਉਸ ਪੰਜਾਬ ਦਾ ਸਿਸਟਮ ਨਹੀਂ ਸਮਝ ਲੱਗਦਾ ਵੀ ਉਹ ਪੰਜਾਬ ਦੇ ਵਿੱਚ ਅਸੀਂ ਜਾ ਕੇ ਕਿੱਦਾਂ ਡੀਲ ਕਰਾਂਗੇ, ਜਾਂ ਪੰਜਾਬ ਦੇ ਵਿੱਚ ਜਾ ਕੇ ਵੀ ਉਹ ਗਵਰਨਮੈਂਟ ਸਿਸਟਮ ਦੇ ਨਾਲ ਜਾਂ ਜ਼ਮੀਨਾਂ ਦੇ ਬਾਰੇ ਅਸੀਂ ਕਿੱਦਾਂ ਉਹਨੂੰ ਕਿੱਦਾਂ ਸਾਂਭਾਂਗੇ, ਕਿਉਂਕਿ ਉੱਥੇ ਦਾ ਸਿਸਟਮ ਸਾਡੇ ਜ਼ਹਿਨ ਦੇ ਵਿੱਚ ਨਹੀਂ ਆਉਂਦਾ। ਹਾਂਜੀ ਹਾਂਜੀ, ਕਿਉਂਕਿ ਉਸ ਮਾਹੌਲ 'ਚ ਤੁਸੀਂ ਨਹੀਂ ਪਲੇ। ਜੀ। ਜਿਸ ਮਾਹੌਲ ਦੇ ਵਿੱਚ ਰਹੇ ਤੁਹਾਨੂੰ ਉਸ ਥਾਂ ਦਾ ਪਤਾ ਹੈ, ਉਸ ਦੇ ਰੂਲ ਐਂਡ ਰੈਗੂਲੇਸ਼ਨਸ ਦਾ ਪਤਾ ਹੈ ਕਿ ਕਿਸ ਤਰ੍ਹਾਂ ਉੱਥੇ ਜਾ ਕੇ, ਕਿਉਂਕਿ ਜਿਸ ਤਰ੍ਹਾਂ ਦੀ ਰਹਿਣੀ ਸਹਿਣੀ ਹੈ ਉਸੇ ਤਰ੍ਹਾਂ ਦੀ ਕਹਿਣੀ ਹੋ ਜਾਂਦੀ ਹੈ। ਉਹ ਜਾਂ ਫਿਰ ਉੱਥੋਂ ਦੇ ਮਾਹੌਲ ਦੇ ਵਿੱਚ ਢਲੋ ਜਾਂ ਫਿਰ ਉੱਥੋਂ ਦੇ ਮਾਹੌਲ ਦੇ ਵਿੱਚ ਢਲੋ, ਵਿੱਚ ਵਿਚਾਲੇ ਤਾਂ ਅਸੀਂ ਹੋ ਨਹੀਂ ਸਕਦੇ। ਇੱਕ ਪਾਸੇ ਰਹਿਣਾ, ਵਿੱਚ ਵਿਚਾਲੇ ਨਹੀਂ ਹੋ ਸਕਦਾ। ਇੱਕ ਪਾਸੇ ਸਾਨੂੰ Confused ਹੋ ਜਾਂਦਾ। ਤੁਹਾਡੇ ਗੀਤ ਮੈਨੂੰ ਬੜਾ ਅੱਛਾ ਲੱਗਿਆ, ਮੁੜ ਜਾਵੇ ਮੁੜ ਪਰ ਜਾਵੇ। ਮੈਨੂੰ ਫਿਰ ਬਹੁਤ ਖੁਸ਼ੀ ਹੁੰਦੀ ਹੈ, ਫਿਰ ਵੀ ਬਹੁਤ ਖੁਸ਼ੀ ਹੁੰਦੀ ਹੈ, ਕਿਉਂਕਿ ਇੱਥੋਂ ਦੇ ਜਿੰਨੇ ਵੀ ਮਿਊਜ਼ਿਕ ਦੇ ਗਰੁੱਪ ਨੇ, ਜਿਹੜੇ ਮੇਰੇ ਵੇਲੇ ਦੇ ਸ਼ੁਰੂ ਹੋਏ ਸੀਗੇ, ਆਲਾਪ ਗਰੁੱਪ, ਹੀਰਾ ਗਰੁੱਪ, ਆਪਣਾ ਸੰਗੀਤ, ਇਹ ਸਾਰੇ ਲੋਕਾਂ ਨੇ, ਮਲਕੀਤ, ਗੋਲਡਨ ਸਟਾਰ ਜਿਹੜੇ ਹਨ, ਇਹ ਸਾਰੇ ਨੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਇੱਥੇ ਇੱਜ਼ਤ ਦਿੱਤੀ। ਔਰ ਇਹੀ ਹੈ ਕਿ ਇੱਥੋਂ ਦਾ ਜਿਹੜਾ ਵਿੱਚ ਨਾਲ ਵੈਸਟਰਨ ਸਟਾਈਲ ਦਾ ਜਿਹੜਾ ਇੱਕ ਕਨੈਕਸ਼ਨ ਮਿਊਜ਼ਿਕ ਦਾ ਜੋੜ ਦਿੱਤਾ ਗਿਆ, ਉਹਦੇ ਨਾਲ ਪੰਜਾਬੀ ਜ਼ੁਬਾਨ ਜਿਹੜੀ ਹੈ, ਪੰਜਾਬੀ ਜ਼ੁਬਾਨ ਦੇ ਜਿਹੜੇ ਗੀਤ ਨੇ, ਉਹ ਘਰ ਘਰ ਸਾਊਥ ਇੰਡੀਅਨ ਵੀ ਸੁਣਦੇ ਨੇ, ਉਸ ਨੂੰ ਬੰਗਾਲ ਦੇ ਵਿੱਚ ਵੀ ਸੁਣਿਆ ਜਾਂਦਾ, ਉਸ ਨੂੰ ਸਾਰੇ ਪਾਸੇ, ਮਤਲਬ ਉਹ ਗੋਰਿਆਂ ਦੇ ਵਿੱਚ ਵੀ ਸੁਣਿਆ ਜਾਂਦਾ। ਪਹਿਲੇ 10 ਗੀਤਾਂ ਦੇ ਵਿੱਚ ਜਿਹੜਾ ਚਾਰਟ ਹੈ ਉਹਨਾਂ ਦਾ, ਇੰਗਲਿਸ਼ ਚਾਰਟ ਹੈ, ਉਹਦੇ 'ਚ ਵੱਜਦੇ ਨੇ ਜੀ। ਔਰ ਹਿੰਦੀ ਦੇ ਵਿੱਚ ਮੇਰਾ ਖਿਆਲ ਆਈਟਮ ਨੰਬਰ ਬਣ ਗਏ ਨੇ ਪੰਜਾਬੀ ਗੀਤ। ਸੋ ਇਹ ਸਾਡੀ ਵੱਡੀ ਪ੍ਰਾਪਤੀ ਹੈ। ਜੀ ਮੈਂ ਸਾਰੇ ਉਹਨਾਂ ਕਲਾਕਾਰਾਂ ਨੂੰ, ਸਾਥੀਆਂ ਨੂੰ ਮੈਂ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਇਸ ਨੂੰ ਜ਼ਿੰਦਾ ਰੱਖਿਆ। ਜੀ। ਅਲੱਗ ਬਾਤ ਹੈ ਕਿ ਕਈ ਵਾਰੀ ਗੀਤ ਕੁਝ ਸਮਝ ਨਹੀਂ ਆਉਂਦਾ ਹੁੰਦਾ ਕਿ ਕਹਿਣਾ ਕੀ ਮਤਲਬ ਕਿਆ ਹੈ, ਪਰ ਜਿਨ੍ਹਾਂ ਨੇ ਗੱਲਾਂ ਕੀਤੀਆਂ ਉਹਨਾਂ ਨੇ ਬਹੁਤ ਸੋਹਣੀਆਂ ਵੀ ਕਹੀਆਂ। ਜੀ ਜੀ ਜੀ। ਸਾਡੇ ਪੰਜਾਬੀ ਕਲਚਰ ਵਾਸਤੇ, ਗੀਤਾਂ ਵਾਸਤੇ, ਭੰਗੜੇ ਵਾਸਤੇ ਅੱਛੀ ਸ਼ਾਇਰੀ ਹੋਣੀ ਕਿੰਨੀ ਜ਼ਰੂਰਤ ਹੈ?
ਕਿੰਨੀ ਜ਼ਰੂਰੀ ਉਹ ਹੈ। ਤਾਂ ਪਲੱਸ ਪੁਆਇੰਟ ਹੋ ਜਾਏਗਾ, ਉਹ ਤਾਂ ਪਲੱਸ ਪੁਆਇੰਟ ਹੋ ਜਾਏਗਾ। ਆਈ ਥਿੰਕ ਵਨਸ ਐਟ ਟਾਈਮ ਮਤਲਬ ਜਦੋਂ ਪੰਜਾਬੀਆਂ ਦੀ ਅਣਖ ਦੀ ਗੱਲ ਕੀਤੀ ਜਾਂਦੀ ਸੀ ਜਾਂ ਪੰਜਾਬ ਦੇ ਰੁਤਬੇ ਦੀ ਗੱਲ ਕੀਤੀ ਜਾਂਦੀ ਸੀਗੀ, ਪਰ ਅੱਜ ਕੱਲ੍ਹ ਜਦੋਂ ਪੰਜਾਬੀ ਵੱਲ ਕੋਈ ਦੇਖਦਾ ਆ ਜਾਂ ਬਾਲੀਵੁੱਡ ਫਿਲਮਸ ਜਾਂ ਵਗੈਰਾ, ਪੰਜਾਬੀ ਔਰ ਜੋ ਫਿਲਮਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ, ਉਹ ਥੋੜੇ ਜਿਹਾ ਜਾਣੀ ਕਿ ਮੇਰੇ ਸੋਚਣ ਦੇ ਮੁਤਾਬਿਕ ਥੋੜਾ ਜਿਹਾ ਉਹ ਪੰਜਾਬੀ ਵੱਲ ਕੋਈ ਉਹਨੂੰ ਮਾਹੌਲ ਜਿਹੇ ਦੇ ਨਾਲ ਦੇਖਦਾ, ਜੋ ਕਿ ਪੰਜਾਬੀ ਸਿਨੇਮਾ ਵੀ ਆ ਰਿਹਾ ਇਸ ਵੇਲੇ। ਇਹ ਮੇਰੀ ਵਿਚਾਰ ਹੈ, ਹੋਰ ਕਿਸੇ ਨੇ, ਮੈਂ ਆਪ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਜਦੋਂ ਤੁਸੀਂ ਵਾਰਿਸ ਸ਼ਾਹ ਕੱਢੀ ਜਾਂ ਉੱਚਾ ਦਰ ਬਾਬੇ ਨਾਨਕ ਦਾ ਕੱਢੀ, ਮਾਮਲਾ ਗੜਬੜ, ਉੱਥੋਂ ਅਸੀਂ ਬਹੁਤ ਕੁਝ ਸਿੱਖਿਆ। ਪਰ ਅੱਜ ਕੱਲ ਹੀ ਕੁੜੀਆਂ ਦੇ ਪਿੱਛੇ ਮੁੰਡੇ ਲੈ ਲੈ, ਤੁਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਲਿਜਾ ਕੇ ਦੇਖ ਸਕਦੇ। ਪੰਜਾਬੀ ਸਿਨੇਮਾ ਥੋੜੇ ਜਿਹਾ ਮੈਂ ਤੁਹਾਡੇ ਨਾਲ ਆਪਣਾ ਦਿਲ ਹੌਲਾ ਕਰ ਲੈਣਾ, ਤੁਸੀਂ ਕੁਝ ਕਰੋ, ਕਿਉਂਕਿ ਜੋ ਸਾਡੇ ਕਲਚਰ ਹੈ, ਜੋ ਸਾਡੇ ਜਜ਼ਬਾਤ ਹੈ, ਜੋ ਪੰਜਾਬੀਆਂ ਦੀ ਗੱਲ ਬੰਦਾ ਕਦੇ ਛੇਕ ਪਾੜ ਕੇ ਗੱਲ ਕਰਦਾ ਸੀ, ਉਹ ਨਹੀਂ ਇਸ ਪੰਜਾਬੀ ਸਿਨੇਮੇ ਦੇ ਵਿੱਚ ਆ ਰਹੇ ਨੇ। ਹੌਲੀ ਹੌਲੀ ਹੋ ਜਾਣੀ ਹੈ, ਮੈਨੂੰ ਲੱਗਦਾ ਕੁਝ ਉਮੀਦ ਕਰਦੇ ਹਾਂ, ਦੁਆਵਾਂ ਕਰਦੇ ਹਾਂ ਕਿ ਉਹ ਚੀਜ਼ ਆਵੇ, ਤਾਂ ਕਿ ਕੋਈ ਗੱਲ ਕਰੇ ਕਿ ਯਾਰ ਇਹ ਪੰਜਾਬੀ ਸਾਡੀ ਫਿਲਮ, ਪੰਜਾਬੀ ਫਿਲਮ ਹੈ ਜੀ, ਕਮਾਲ ਦੀ। ਜੀ। ਔਰ ਤੁਸੀਂ ਜਦੋਂ ਵਾਰਿਸ ਸ਼ਾਹ ਕੀਤੀ, ਹੁਣ ਇਹਨਾਂ ਦਿਨਾਂ ਦੇ ਵਿੱਚ ਚਾਰ ਸਾਹਿਬਜ਼ਾਦੇ ਜਿਹੜੀ ਐਨੀਮੇਸ਼ਨ ਤੇ ਬਣੀ ਹੋਈ ਫਿਲਮ ਹੈ, ਉਹ ਕਮਾਲ ਦੀ ਫਿਲਮ ਹੈ ਜੀ। ਲੱਗਦਾ ਕਿ ਯਾਰ ਹੁਣ ਛੋਟੇ ਛੋਟੇ ਬੱਚਿਆਂ ਨੂੰ ਉਹ ਦੇਖ ਕੇ ਇੰਨੀ ਜਾਗ ਲੱਗੀ ਵੀ ਹੈ ਕਿ ਉਹ ਸਿੱਖੀ ਨਾਲ ਜੁੜ ਜਾਣਗੇ। ਬਹੁਤ ਇਹ ਚੀਜ਼ਾਂ ਅਸਰ ਕਰਦੀਆਂ ਬਹੁਤ, ਕਿਉਂਕਿ ਸਭ ਤੋਂ ਵੱਡਾ ਮੀਡੀਆ ਜੀ ਸਿਨੇਮਾ ਜੀ। ਜਿੰਨਾ ਅਸੀਂ ਉਹਨਾਂ ਪੜ੍ਹ ਕੇ ਨਹੀਂ ਅਸੀਂ ਸਿੱਖ ਸਕਦੇ, ਜਿੰਨਾ ਦੇਖ ਕੇ ਅਸੀਂ ਸਿੱਖਦੇ। ਜੀ। ਬਹੁਤ ਜੀ, ਆਪਾਂ ਸਿਨੇਮੇ ਦੀ ਗੱਲ ਚੱਲਦੀ ਸੀ, ਔਰ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਐਕਟਿੰਗ ਕੀਤੀ, ਔਰ ਤੁਸੀਂ ਵਾਰਿਸ ਸ਼ਾਹ ਦੀ ਮੈਂ ਗੱਲ ਕੀਤੀ ਹੈ ਕਿਉਂਕਿ ਮੈਂ ਵੀ ਦੇਖਦਾ, ਮੇਰੇ ਬੱਚੇ ਵੀ ਦੇਖਦੇ ਸੀ, ਬੜੇ ਦਿਲਚਸਪ ਸੀ ਸਾਨੂੰ। ਇੱਕ ਕਾਈਂਡ ਆਫ ਆਰਟਿਸਟਿਕ ਫਿਲਮ ਬਣਾਈ। ਤੁਸੀਂ ਕਦੇ ਸ਼ਿਵ ਦਾ ਨਹੀਂ ਸੋਚਿਆ ਕਿ ਸ਼ਿਵ ਤੇ ਵੀ ਕੋਈ ਫਿਲਮ ਬਣਾਈ ਜਾਵੇ ਜਿੱਦਾਂ ਤੁਸੀਂ ਵਾਰਿਸ ਸ਼ਾਹ ਤੇ ਬਣਾਈ? ਕਿਉਂਕਿ ਸ਼ਿਵ ਦੀ ਪੰਜਾਬੀ ਬਹੁਤ ਵੱਡੀ ਦੇਣ ਹੈ ਉਹਨਾਂ ਦੀ। ਸ਼ਿਵ ਤਾਂ ਸਾਡੇ ਲਈ ਪੰਜਾਬੀ ਸ਼ਾਇਰੀ ਦਾ ਸਿਖਰ ਹੈ ਜੀ। ਵਾਰਿਸ ਸ਼ਾਹ ਤੋਂ ਬਾਅਦ ਜੀ ਆਧੁਨਿਕ ਜ਼ਮਾਨੇ ਦੇ ਵਿੱਚ ਕੋਈ ਸ਼ਾਇਰ ਜਿਹੜਾ ਸਿਖਰਾਂ ਨੂੰ ਛੂਹਿਆ ਉਹ ਸ਼ਿਵ ਕੁਮਾਰ ਬਟਾਲਵੀ ਸਾਹਿਬ, ਔਰ ਹੈ ਉਹ ਰਹਿਣਗੇ ਹਮੇਸ਼ਾ, ਕਿਉਂਕਿ ਉਹਨਾਂ ਦੀਆਂ ਜਿਹੜੀ ਸ਼ਾਇਰੀ ਹੈ ਉਹ ਦਿਲਾਂ ਵਿੱਚ ਉਹ ਕਰ ਚੁੱਕੀ ਹੈ ਜੀ। ਪਰ ਜੇ ਉਹਨਾਂ ਚੀਜ਼ਾਂ ਨੂੰ, ਬਹੁਤ ਅੱਛੀ ਗੱਲ ਹੈ ਕਿ ਉਹਨਾਂ ਦੇ ਉੱਤੇ ਕੋਈ ਫਿਲਮ ਬਣੇ ਤਾਂ ਕਿ ਪਤਾ ਲੱਗੇ, ਹਾਂ ਉਹ ਫਿਰ ਉਹ ਜ਼ਿੰਦਾ ਰੱਖਦੀ ਹੈ, ਉਹ ਸ਼ਾਇਰ ਨੂੰ ਜ਼ਿੰਦਾ ਰੱਖਦੀ ਜੀ। ਕਿਸੇ ਕਲਾਕਾਰ ਦੇ ਉੱਤੇ, ਕਿਸੇ ਵੀ ਪਰਸਨ ਦੇ ਉੱਤੇ ਕੋਈ ਫਿਲਮ ਬਣਦੀ ਹੈ ਤਾਂ ਉਸ ਨੂੰ ਜ਼ਿੰਦਾ ਰੱਖਦੀ। ਜਿਵੇਂ ਮਿਲਖਾ ਸਿੰਘ ਦੇ ਉੱਤੇ ਫਿਲਮ ਬਣੀ, ਮਿਲਖਾ ਸਿੰਘ ਨੂੰ ਮਤਲਬ ਲੋਕ ਭੁੱਲ ਗਏ ਹੋਣਗੇ ਕਿ ਯਾਰ ਕੋਈ ਮਿਲਖਾ ਸਿੰਘ ਕੋਈ ਕਿਸੇ ਵੇਲੇ ਭੱਜਦਾ ਹੁੰਦਾ ਸੀ। ਹਾਂਜੀ ਹਾਂ। ਸੋ ਫਲਾਈਂਗ ਸਿੱਖ ਡੌਗ ਉਹਨਾਂ ਨੂੰ ਉਪਾਧੀ ਮਿਲੀ ਸੀ। ਜੀ। ਸੋ ਜਦੋਂ ਫਿਲਮ ਬਣੀ, ਮਿਲਖਾ ਸਿੰਘ ਉਸੇ ਜਗ੍ਹਾ ਤੇ ਫਿਰ ਆ ਗਏ ਜੀ ਕਿ ਯਾਰ ਮਿਲਖਾ ਸਿੰਘ ਵਰਗਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਹੁਣ ਸਿਰਫ ਮੋਬਾਈਲ ਤੇ ਗੇਮਾਂ ਖੇਡਣ ਵਾਲੀਆਂ ਰਹਿ ਗਈ, ਤੇ ਫੀਲਡ ਦੇ ਵਿੱਚ ਕੌਣ ਜਾ ਕੇ ਖੇਡੇਗਾ? ਇਹ ਇੱਕ ਜਾਗ ਲੱਗੀ ਹੈ ਬੱਚਿਆਂ ਤਾਂ ਕਿ ਉਹ ਉਹਨਾਂ ਵਰਗਾ ਕਰ ਸਕਣ। ਤੋ ਜੇ ਉਹਨਾਂ ਦੀ ਫਿਲਮ ਬਣਦੀ ਹੈ ਤਾਂ ਸ਼ਾਇਰੀ ਨੂੰ ਹੋਰ ਜਾਗ ਲੱਗੇਗੀ ਕਿ ਯਾਰ ਉਹਨਾਂ ਵਰਗਾ ਲਿਖ ਸਕਦੇ ਜਿਸ ਦਾ ਪਾਤਰ ਸਾਹਿਬ ਲਿਖਦੇ ਜੀ। ਮੈਂ ਤੁਹਾਡੇ ਕੋਲ ਇਸ ਜ਼ਿਕਰ ਕੀਤਾ ਕਿ ਲਾਸਟ ਬੜਾ ਅੱਛੀ ਗੱਲ ਲੱਗੀ ਕਿ ਇੱਕ ਵਾਰੀ ਬਣਾ ਵੀ ਰਹੇ ਸੀ, ਪੀਪਟ ਸਾਹਿਬ ਬਣਾ ਰਹੇ ਸੀ ਫਿਲਮ ਹਰਭਜਨ ਜੀ ਨੂੰ ਲੈ ਕੇ, ਹਰਭਜਨ ਮਾਨ ਨੂੰ ਲੈ ਕੇ ਫਿਲਮ। ਕਾਫੀ ਮੇਰੇ ਖਿਆਲ ਉਹਦੇ ਉੱਤੇ ਸਟੋਰੀ ਵਰਕ ਹੋ ਚੁੱਕਿਆ ਸੀਗਾ, ਸਕ੍ਰਿਪਟ ਦੇ ਉੱਤੇ ਕੰਮ ਕੀਤਾ ਜਾ ਚੁੱਕਿਆ ਸੀ, ਪਰ ਲਾਸਟ ਮੋਮੈਂਟ ਤੇ ਪਤਾ ਨਹੀਂ ਸ਼ਾਇਦ ਕਿਸੇ ਮੁਕਾਮ ਤੇ ਉਹ ਗੱਲ ਪਹੁੰਚੀ ਨਹੀਂ। ਸ਼ਾਇਦ ਬਟਾਲਵੀ ਸਾਹਿਬ ਨਾਲ ਚਾਹੁੰਦੇ ਹੋਣੇ, ਉਹਨਾਂ ਨੂੰ ਉੱਤੋਂ ਸਾਈਨ ਕਰ ਦਿੱਤੇ, ਆ ਗਿਆ ਕੋਈ ਯਾਰ। ਪਰ ਕਿੰਨਾ ਸਾਲ ਹੋ ਗਏ ਉਹਨਾਂ ਨੇ ਗੁਜ਼ਰੇ, ਪਰ ਆਪਾਂ ਉਹਨਾਂ ਦੀ ਹੱਲੇ ਵੀ ਜ਼ਿਕਰ ਕਰਦੇ ਹਾਂ ਇਸ ਵੇਲੇ। ਉਹਨਾਂ ਦੇ ਕੁਝ ਦਮ ਹੋਊਗਾ ਉਹਨਾਂ ਦੀ ਚੀਜ਼ ਦੇ ਵਿੱਚ ਜਾਂ ਉਹਨਾਂ ਦੇ ਨਾਮ ਦੇ ਵਿੱਚ। ਚਾਹੂੰਗਾ ਕਿ ਫਿਲਮ ਬਣੇ, ਕੋਈ ਵੀ ਬਣਾਵੇ, ਪਰ ਇਹ ਫਿਲਮ ਬਣਨੀ ਚਾਹੀਦੀ ਹੈ। ਬਹੁਤ ਅੱਛੀ ਬਾਤ, ਤੁਸੀਂ ਬਹੁਤ ਜ਼ਿਕਰ ਕੀਤਾ ਤੁਸੀਂ ਇਸ ਚੀਜ਼ ਦਾ। ਮਨਜੀਤ ਨੂੰ ਜਾ ਕੇ ਉਹਨਾਂ ਨੇ ਬਹੁਤ ਪ੍ਰੋਡਿਊਸ ਕੀਤੀਆਂ। ਅੱਜ ਸੁਖੀ ਕਹਿੰਦਾ ਸੀ ਭਾਬੀ ਜੀ ਤੁਹਾਨੂੰ ਸ਼ਿਵ ਦੀ ਲੋਣਾ। ਜੀ ਲੋਣਾ। ਹਾਂਜੀ, ਸਾਰੇ ਪੜ੍ਹੇ ਤੁਸੀਂ ਸ਼ਿਵ ਦੇ ਜੀ, ਰਹਿਮਾਨ ਸਾਹਿਬ ਸਾਰੇ ਉਹਨਾਂ ਦੇ ਜੋ ਵੀ ਲਿਖਤ ਉਹਨਾਂ ਨੇ ਕੀਤੀ ਸਾਰੇ ਹੀ ਪੜ੍ਹੇ ਨੇ ਜੀ। ਉਹਨਾਂ ਦੀ ਲਿਖਤ ਦਾ ਅਸਰ ਵੀ ਹੈ ਜੀ ਮੇਰੇ ਤੇ। ਮੈਂ ਜਦੋਂ ਪੀੜ ਤੇਰੇ ਜਾਣ ਦੀ ਲਿਖਿਆ ਸੀ, ਪਹਿਲਾਂ ਕਾਫੀ ਦੇਰ ਤੱਕ ਲੋਕ ਉਹਨੂੰ ਸ਼ਿਵ ਕੁਮਾਰ ਬਟਾਲਵੀ ਦਾ ਹੀ ਸਮਝਦੇ ਰਹੇ। ਇੱਕ ਵਾਰੀ ਮੈਂ ਸਟੇਜ ਤੇ ਗਾ ਰਿਹਾ ਸੀ, ਉਹ ਕਹਿੰਦਾ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਗਾ ਰਿਹਾ, ਆਪਣਾ ਗੀਤ ਗਾ। ਕੈਨੇਡਾ ਦੀ ਗੱਲ ਹੈ, ਮੇਰਾ ਖਿਆਲ ਵਿਨੀਪੈਗ ਦੇ ਸਟੇਜ ਦੇ ਉੱਤੇ ਸ਼ੋਅ ਸੀ ਜੀ। ਮੈਂ ਕਿਹਾ ਯਾਰ ਇਹ ਮੇਰਾ ਹੀ ਗੀਤ ਹੈ, ਮੇਰੇ ਗੀਤ
ਚੁਰਾਲੇ ਲੋਕਾਂ ਸ਼ਿਵ ਦਾ ਨਾਮ ਲੈ ਕੇ ਵਾਲੀ ਬਾਤ ਉਦੋਂ ਤੇ ਛੋਟਾ ਜਿਹਾ ਲਿਖਿਆ ਸੀ ਉਹਦਾ ਜ਼ਿਕਰ। ਪਰ ਫਿਰ ਮੈਨੂੰ ਸਾਡੇ ਪ੍ਰੋਫੈਸਰ ਨਰਿੰਜਨ ਸਿੰਘ ਮਾਨ ਹੁੰਦੇ ਸੀਗੇ ਸਵਰਗੀ, ਮੇਰੇ ਫਿਜ਼ੀਕਲ ਕਾਲਜ ਦੇ ਵਿੱਚ ਮੇਰੇ ਪ੍ਰੋਫੈਸਰ ਸੀਗੇ, ਉਹੀ ਸਾਨੂੰ ਇਹ ਜਿਹੜੀ ਰਿਕ੍ਰੀਏਸ਼ਨ ਵਾਲੇ ਪਾਸੇ ਹਮੇਸ਼ਾ ਸਾਨੂੰ ਕੋਈ ਵੀ ਕਵਿਤਾ ਪ੍ਰਤੀਯੋਗਤਾ ਹੈ, ਭਾਸ਼ਣ ਪ੍ਰਤੀਯੋਗਤਾ ਹੈ, ਕਿਤੇ ਗੀਤ ਸੰਗੀਤ ਦਾ ਮੁਕਾਬਲਾ ਹੈ, ਉੱਥੇ ਸਾਨੂੰ ਭੇਜਦੇ ਹੁੰਦੇ ਸੀ। ਅੱਛਾ। ਤਾਂ ਉਹ ਸਾਨੂੰ ਹਮੇਸ਼ਾ, ਮੈਂ ਜਦੋਂ ਫਿਰ ਕਾਫੀ ਦਿਨਾਂ ਬਾਅਦ ਉਹਨਾਂ ਨੂੰ ਮਿਲਿਆ, ਮੈਂ ਕਿਹਾ ਜੀ ਮੇਰਾ ਇਸ ਤਰ੍ਹਾਂ ਗੀਤ ਸ਼ਿਵ ਦਾ ਨਾਂ ਲੈ ਕੇ, ਉਹ ਕਹਿੰਦਾ ਨਹੀਂ, ਜੇ ਤੇਰੇ ਗੀਤ ਨੂੰ ਕੋਈ ਸ਼ਿਵ ਵਰਗਾ ਸਮਝਦਾ ਹੈ ਤੂੰ ਆਪਣੇ ਧੰਨ ਭਾਗ ਸਮਝ, ਬੋਲਣ ਦੀ ਲੋੜ ਨਹੀਂ। ਮੈਨੂੰ ਯਾਦ ਆਈ ਕਿ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਤੋਂ ਚੰਗਾ ਪਰਦਾ, ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਹਨੂੰ ਚੜਦਾ। ਮਨਸੂਰ ਸ਼ਾਇਰੀ ਕਿੱਥੋਂ ਆਉਂਦੀ ਇੰਨਾ ਕੁਛ? ਜਿਵੇਂ ਤੁਸੀਂ ਕਹਿ ਦਿੱਤਾ ਕਿ ਪਰਮਾਤਮਾ ਤੋਂ ਆਉਂਦਾ, ਪਰ ਫਿਰ ਵੀ ਤੁਹਾਡੇ ਵਿੱਚ ਉਹ ਤਾਰ ਵੱਜਦੀ ਰਹਿੰਦੀ ਹੈ ਵੀ ਕੁਝ ਲਿਖਿਆ, ਜਿੱਦਾਂ ਪਿੰਡ ਦੀ ਸਵੇਰ ਤੁਸੀਂ ਲਿਖਿਆ। ਐਕਚੁਅਲੀ ਉਹਦੇ ਬਾਰੇ ਹਰ ਵਕਤ ਜੇ ਤੁਹਾਨੂੰ ਮਾਹੌਲ ਇਹੋ ਜਿਹਾ ਮਿਲੇ ਤਾਂ ਹੀ ਹੈ। ਜੇ ਤੁਹਾਡੇ ਹੋਰ ਹਿਸਾਬ ਕਿਤਾਬ ਵਾਲਾ ਆਸੇ ਪਾਸੇ ਚੱਲਣ ਲੱਗ ਪਿਆ ਤਾਂ ਫਿਰ ਤੁਸੀਂ ਉਸ ਪਾਸੇ ਹੋ ਜਾਓਗੇ। ਪਰ ਜੇ ਤੁਸੀਂ ਉਸ ਦੀ ਗੱਲ ਉਸ ਤਰ੍ਹਾਂ ਦੀ ਕਰਨੀ ਹੈ ਤਾਂ ਫਿਰ ਉਸ ਵਰਗਾ ਹੀ ਹੋਣਾ ਪੈਣਾ। ਮਸਤ ਮੌਲਾ ਜਿਹੜੇ ਸੱਜਣ ਹੈ ਨਾ, ਸ਼ਾਇਰ ਜਿਹੜੇ ਜ਼ਿਆਦਾਤਰ ਮਸਤ ਮੌਲਾ ਹੀ ਹੁੰਦੇ, ਆਪਣੀ ਮਰਜ਼ੀ ਦੇ ਮਾਲਕ ਹੁੰਦੇ ਨੇ, ਆਪਣੇ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਜਿਉਂਦੇ। ਇਸ ਕਰਕੇ ਬਹੁਤੇ ਜਿਹੜੇ ਸ਼ਾਇਰ ਜਿੰਨੇ ਵੀ ਹੋਏ ਉਹਨਾਂ ਦੇ ਵਿਆਹ ਉਹ ਠੀਕ ਠਾਕ ਹੀ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਝੱਲਣਾ, ਉਹਨਾਂ ਨੂੰ ਸੰਭਾਲਣਾ ਬਹੁਤ ਬਹੁਤ ਔਖਾ ਕੰਮ ਹੈ। ਜੀ ਜੀ ਹਾਂ, ਇਹ ਤਾਂ ਐਕਚੁਅਲੀ ਮੈਂ ਤੁਹਾਡੇ ਪਹਿਲੇ ਸ਼ਾਇਰ ਤਾਂ ਮਿਜਾਜ਼ ਆਪਣਾ। ਹਾਂਜੀ ਹਾਂਜੀ, ਪਹਿਲੇ ਕਿਸੇ ਵੇਲੇ ਉਤਰਿਆ ਹੀ ਤਾਂ ਉਹ ਦੂਜੇ ਨੂੰ ਕੀਤਾ ਘਰੇ ਕਿਹੜਾ ਕੌਣ ਬੈਠਾ, ਕਿਹੜਾ ਪ੍ਰਾਹੁਣਾ ਆਇਆ, ਹਾਂਜੀ ਕੀ ਲਿਆਉਣਾ ਬਾਹਰ। ਤੇ ਮਨਜੀਤ ਜੀ ਹੁਣਾਂ ਨੂੰ ਸ਼ਾਬਾਸ਼। ਸ਼ਾਬਾਸ਼, ਬਿਲਕੁਲ ਬਿਲਕੁਲ, ਜਿਨ੍ਹਾਂ ਨੇ ਤੁਹਾਡੀ ਗੱਲ ਦੇ ਵਿੱਚ ਪਹਿਲਾਂ ਬਰਦਾਸ਼ਤ ਕੀਤਾ। Actually, it's quite hard, ਮਾਨ ਸਾਹਿਬ। I mean, ਨਸੀਬੋ ਲਾਲ ਜੀ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਔਰ ਉਹਨਾਂ ਨੂੰ ਬਹੁਤ ਸੁਰੀਲੀ ਉਹਨਾਂ ਦੇ ਰੂਪ ਬਹੁਤ ਚੰਗੀ, ਬੜੇ ਵੱਡੇ ਆਰਟਿਸਟ ਉਹਨਾਂ ਉਹਦੇ ਚ ਦੋ ਚੀਜ਼ਾਂ ਹੈ, ਰੇਸ਼ਮਾ ਔਰ ਮਲਕਾ ਤਰਨਮ ਨੂਰ ਜਹਾਂ ਦਾ ਮੇਲ ਹੈ। ਜੀ ਜੀ, ਤਾਂ ਜਾ ਕੇ ਨਸੀਬੋ ਲਾਲ ਬਣ ਗਈ। ਜੀ ਜੀ, ਦੋ ਰੂਹਾਂ ਇਕੱਠੀਆਂ ਹੋਈਆਂ ਉਹਦੇ ਚ, ਤਾਂ ਦੋਨੇ ਰੂਹਾਂ ਆਪਣੇ ਆਪ ਕਿੰਨੀਆਂ ਖਾਸ ਸੀਗੀਆਂ। ਉਹ ਇੱਕ ਫੋਕ ਅੰਦਾਜ਼ ਔਰ ਉਹ ਤਰਨਮ ਦੀ ਇੱਕ ਰੂਹਾਨੀ ਤਾਕਤ। ਜੀ, ਮੇਰੇ ਕਹਿੰਦੇ ਤਾਂ ਆਬਵੀਅਸਲੀ ਆਪਾਂ ਉਹਨਾਂ ਨੂੰ ਸੋਚਦੇ ਕਿ ਕਿੰਨੇ ਵੱਡੇ ਆਰਟਿਸਟ ਇੱਥੇ ਅਸੀਂ ਬੈਠੇ ਸੀ, ਉਹਨਾਂ ਦੀ ਇੰਟਰਵਿਊ ਕਰਦੇ ਸੀ ਔਰ ਇੰਟਰਵਿਊ ਕਰਦੇ ਕਰਦੇ ਇਮੋਸ਼ਨਲ ਹੋ ਗਏ। ਉਹਨਾਂ ਦੀ ਆਪਣੀ ਮੰਮੀ ਜੀ ਉਹਨਾਂ ਦੀ ਯਾਦ ਆ ਬਹੁਤ ਗਈ। ਸੂਖਮ ਹੁੰਦਾ ਕਲਾਕਾਰ, ਬਹੁਤ ਸੈਂਸਿਟਿਵ ਹੁੰਦਾ। ਕੋਈ ਗੱਲ ਕੋਈ ਕਿਤੇ ਲੱਗ ਗਈ ਤੇ ਫਿਰ ਰੋਣਾ ਹੀ। ਅਥਰੂ ਉਹਨਾਂ ਦੇ ਆਉਣ ਲੱਗ ਪਏ ਤੇ ਮੈਂ ਸੋਚਿਆ ਕਿ ਐਕਚੁਅਲੀ ਸਾਨੂੰ ਦੇਖਣ ਵਾਸਤੇ ਅਥਰੂ ਆਉਣਾ ਵੀ ਇਬਾਦਤ ਹੈ। ਇਹ ਵੀ ਇਬਾਦਤ ਹੈ। ਇਬਾਦਤ ਵਾਲੇ ਲੋਕ ਕਰ ਸਕਦੇ, ਜਿਨ੍ਹਾਂ ਦਾ ਹਿਰਦਾ ਸੁੱਚਾ ਹੁੰਦਾ ਨਾ, ਉਹੀ ਕਰ ਸਕਦੇ। ਖੂਹੇ ਨੈਣਾ ਦੇ ਗੇੜ ਇਸ਼ਨਾਨ ਕਰੀਏ, ਦਿਲਾਂ ਸੁੱਚਿਆਂ ਦੇ ਦਰਸ਼ਨ ਪਾਉਂਦੇ। ਪਿੰਡੋਂ ਪਿੰਡ ਫਿਰਨਾ ਇਹ ਵੀ ਜ਼ੋਹਦ ਸਾਡਾ, ਘਰੋਂ ਘਰੀ ਝਾਲਕ ਜਗਾਉਣੇ। ਇਸ ਅੰਧ ਗੁਬਾਰ ਵਜੂਦ ਅੰਦਰ ਸ਼ਮਾ ਇਸ਼ਕ ਦੀ ਚਾਹ ਜਗਾਉਣੇ। ਅੱਧੀ ਰਾਤ ਜਾਂ ਲੋਕ ਆਰਾਮ ਕਰਦੇ, ਅਸੀਂ ਉੱਠ ਕੇ ਕਾਰ ਕਮਾਉਂਦੇ। ਇਹ ਜੋਗੀਆਂ ਵਾਲਾ ਕੰਮ। ਜੀ ਜੀ ਜੀ, ਔਰ ਜੋਗੀ ਚੱਲਦੇ ਭਲੇ, ਨਗਰੀ ਵਸਦੀ ਭਲੀ। ਜੀ ਜੀ ਜੀ, ਸੋ ਅਥਰੂ ਐਵੇਂ ਨਹੀਂ ਆਉਂਦੇ। ਦਿਲਾਂ ਦੀਆਂ ਤਰਬਾਂ ਕੋਈ ਛੇੜਦਾ ਜ਼ਰੂਰ ਹੈ, ਨੈਣਾਂ ਦੀਆਂ ਟਿੰਡਾਂ ਨੂੰ ਕੋਈ ਗੇੜਦਾ ਜ਼ਰੂਰ ਹੈ। ਐਵੇਂ ਆਉਂਦਾ ਨਹੀਂ ਅੱਖਾਂ ਦੇ ਵਿੱਚ ਪਾਣੀ। ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਣੇ। ਔਰ ਦਿਲਾਂ ਦੀਆਂ ਜਾਣਨ ਵਾਲਾ ਮਿਲ ਜੇ ਉਸਨੂੰ ਦਿਲਦਾਰ ਕਹਿੰਦੇ ਨੇ, ਉਹਨੂੰ ਮਹਿਰਮ ਕਹਿੰਦੇ ਨੇ, ਦਿਲਰੁਬਾ ਕਹਿੰਦੇ ਨੇ। ਔਰ ਜਦੋਂ ਮੈਂ ਤੁਹਾਡੇ ਨਾਲ ਸੀਗਾ ਉਦੋਂ ਤੁਸੀਂ ਗਾਇਆ ਸਟੇਜ ਤੇ, ਬਸ ਰਹਿਣ ਦੇ ਸ਼ੇਡ ਨਾਲ ਦਰਦਾਂ ਨੂੰ ਮੇਰੇ ਤੋਂ ਦਰਦ ਸੁਣਾਇਆ ਨਹੀਂ ਜਾਣਾ, ਉਦੋਂ ਤੁਹਾਡੀ ਅੱਖਾਂ ਦੇ ਵਿੱਚ ਅਥਰੂ ਸਨ ਜਦੋਂ ਤੁਸੀਂ ਵੋਲਵਰਹੈਂਪਟਨ ਸਟੇਜ ਤੇ ਗਾਇਆ। ਦੇਖੋ ਇਹ ਚੀਜ਼ਾਂ ਕੋਈ ਐਵੇਂ ਨਹੀਂ ਹੁੰਦੀਆਂ, ਅੰਦਰੋਂ ਹੁੰਦੀ ਹੈ ਕੋਈ ਗੱਲ, ਕੋਈ ਇੱਕ ਕਿਣਕਾ ਉਸ ਦਾ ਆ ਕੇ ਵੱਜਿਆ ਆ ਕੇ, ਤੇ ਉਸੇ ਨਾਲ ਹੀ ਆਸ਼ਕ ਤਾਂ ਡੁੱਬ ਮਰਦਾ। ਬਾਬਾ ਆਸ਼ਕ ਦਾ ਕੀ ਮਾਰਨਾ, ਜਿਹੜਾ ਝਿੜਕ ਦਿੱਤੀ ਮਰ ਜਾ। ਹਾਂਜੀ, ਪੱਥਰ ਮਾਰਨ ਦੀ ਲੋੜ ਹੀ ਨਹੀਂ ਹੈ, ਉਹਦਾ ਝਿੜਕ ਦਿੱਤੀ ਕਰ। ਐਵੇਂ ਆਉਂਦਾ ਨਹੀਂ ਅੱਖਾਂ ਦੇ ਵਿੱਚ। ਮਾਨ ਸਾਹਿਬ, ਅੱਗੇ ਵਾਸਤੇ ਫਿਲਮਾਂ ਇੰਡਸਟਰੀ, ਫਿਲਮ ਤੁਹਾਡੇ ਕੋਲ ਆ ਰਹੀ ਆ ਜਾਂ ਤੁਹਾਡੇ ਕੋਲ ਆਬਵੀਅਸਲੀ ਐਲਬਮ ਯੂਕੇ ਦੇ ਟੂਰ ਤੋਂ ਬਾਅਦ ਹੀ ਤੁਸੀਂ ਐਲਬਮ ਕਰਦੇ ਹੁੰਦੇ ਮੇਨਲੀ? ਹਾਂਜੀ ਬਿਲਕੁਲ ਬਿਲਕੁਲ। ਸੋ ਮੈਂ ਕਹੂੰਗਾ ਤੁਹਾਡੇ ਨਾਲ ਕੁਝ ਨਵੇਂ ਗੀਤ ਹੈ ਕਿ ਮੈਂ ਇੱਥੋਂ ਸੁਣਾਉਂਗਾ ਤਾਂ ਜਾ ਕੇ ਰਿਕਾਰਡ ਕਰੂੰ। ਓਕੇ ਠੀਕ ਹੈ ਜੀ, ਲਾਈਵ ਸ਼ੋਅ ਤੇ ਸੁਣਾਓਗੇ? ਹਾਂਜੀ ਹਾਂਜੀ, ਕੁਛ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਹੋਇਆ ਜੀ। ਜਦੋਂ ਅਸੀਂ ਗੀਤ ਲਿਖਿਆ ਸੀਗਾ ਕੈਨੇਡਾ ਦੇ ਵਿੱਚ ਸੀਗੇ ਅਸੀਂ, ਜੋ ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਕੀ ਪੰਡਿਤ, ਉੱਥੇ ਹੀ ਲਿਖਿਆ ਉਹ। ਅੱਛਾ।
ਮੈਂ ਸੋਚਿਆ ਮੈਂ ਇੱਥੋਂ ਬਾਹਰ ਤੇ ਕੁਝ ਪਰਦੇਸੀਆਂ ਬਾਰੇ ਕੁਝ ਲਿਖਾਂ, ਕੁਝ ਗੱਲਬਾਤ ਕਰਾਂ, 2-4 ਲਾਈਨਾਂ, ਮਤਲਬ ਇੱਕ ਸ਼ੇਰ ਬਣਾ ਕੇ ਮੈਂ ਲਿਖਣਾ ਚਾਹੁੰਦਾ ਸੀ। ਉਸ ਸ਼ੇਰ ਦੇ ਵਿੱਚ ਪੂਰਾ ਗੀਤ ਨਿਕਲਿਆ ਔਰ ਉੱਥੇ ਹੀ ਸੁਣਾਇਆ। ਔਰ ਇੰਨਾ ਉਹ ਜ਼ਿਆਦਾ ਸਟ੍ਰਾਈਕ ਕੀਤਾ ਉਹ ਲੋਕਾਂ ਨੇ। ਫਿਰ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਹੁੰਦੀ, ਫਿਰ ਤਾਂ ਉਹ ਗੀਤ ਤੁਸੀਂ ਆ ਕੇ ਰਿਕਾਰਡ ਕਰਨਾ ਹੀ ਕਰਨਾ, ਕਿਉਂਕਿ ਲੋਕਾਂ ਨੇ ਤੁਹਾਨੂੰ ਪ੍ਰਵਾਨਗੀ ਦਿੱਤੀ, ਹੁੰਗਾਰਾ ਦਿੱਤਾ, ਯੈਸ ਐਸਾ ਹੋਣਾ ਚਾਹੀਦਾ। ਕਿਉਂਕਿ ਤੁਸੀਂ ਜਾਣ ਕੇ ਲਾਈਵ ਜਦੋਂ ਨਵੇਂ ਗੀਤ ਗਾਉਂਦੇ ਮੋਸਟਲੀ ਸਟੇਜ ਤੇ ਸੁਣਾ ਪਹਿਲਾਂ ਸੁਣਾ ਕੇ ਮੇਰੇ ਜਿਹੜੇ ਜਿੰਨੇ ਵੀ ਦਿਲ ਦਾ ਮਾਮਲਾ ਗੜਬੜ ਹੈ, ਸਾਰੀਆਂ ਚੀਜ਼ਾਂ ਦਿਲ ਜਿਹੜੇ ਪਹਿਲਾਂ ਆਲਰੇਡੀ ਗਾਏ ਹੋਏ ਸੀ। ਔਰ ਪੰਵਰਾ ਸਾਹਿਬ ਫਿਰ ਆਏ ਸਾਡੇ ਕੋਲੇ, ਜਸਵੰਤ ਪੰਵਰਾ ਜੀ, ਉਸਤਾਦ ਜਸਵੰਤ ਪੰਵਰਾ ਜੀ ਉਸਤਾਦ, ਉਹਨਾਂ ਨੇ ਉਸ ਵੇਲੇ ਕਿਹਾ ਕਿ ਯਾਰ HMV ਤੁਹਾਨੂੰ ਰਿਕਾਰਡ ਕਰਨਾ ਚਾਹੁੰਦੀ ਹੈ, ਤੇ ਉਹਨਾਂ ਨੇ ਮੈਨੂੰ ਮਿਊਜ਼ਿਕ ਡਾਇਰੈਕਟਰ ਦੇ ਬਤੌਰ ਮੰਨਿਆ ਕਿ ਤੁਹਾਡੇ ਸਾਰੇ ਗੀਤ ਆਲਰੇਡੀ ਚੱਲ ਚੁੱਕੇ ਨੇ, ਪਰ ਉਹਨਾਂ ਨੇ ਜਿਹੜਾ ਦੇ ਪਿੱਛੇ ਮਿਊਜ਼ਿਕ ਦੇਣਾ ਉਹ ਮੈਨੂੰ ਚੁਣਿਆ। ਤੁਸੀਂ ਜੇ ਕਰ ਦਿਓਗੇ ਤਾਂ ਮੇਰੇ ਵਾਸਤੇ ਵੀ ਸ਼ਾਬਾਸ਼ ਹੋਊਗੀ ਔਰ ਮੇਰੇ ਵਾਸਤੇ ਮੈਂ ਫਖਰ ਮਹਿਸੂਸ ਕਰੂੰਗਾ। ਅਸੀਂ ਆਖਿਆ ਤਾਂ ਸਾਡੇ ਫਖਰ ਵਾਲੀ ਬਾਤ ਹੈ, ਕਿਉਂਕਿ ਜਸਵੰਤ ਪੰਵਰਾ ਜੀ ਦਾ ਨਾਮ ਛੋਟਾ ਨਹੀਂ, ਬਹੁਤ ਵੱਡਾ ਹੈ। ਔਰ ਫਿਰ ਉਹਨਾਂ ਨੇ HMV ਦੇ ਨਾਲ ਗੱਲ ਕੀਤੀ, ਉਹ ਜੋ ਵੀ ਡੀਲ ਹੋਈ, ਜਿਸ ਤਰ੍ਹਾਂ ਵੀ ਹੋਈ, ਬਹੁਤ ਅੱਛੀ ਹੋਈ। ਔਰ ਉਹ ਪਹਿਲਾਂ ਅਸੀਂ ਸਟੇਜਾਂ ਤੇ ਗਾ ਚੁੱਕੇ ਸੀ, ਫਿਰ ਰਿਕਾਰਡ ਹੋਈ। ਉਹ ਇਸ ਤਰ੍ਹਾਂ ਹੀ ਹੁੰਦਾ ਮੋਸਟਲੀ, ਅਸੀਂ ਪਹਿਲਾਂ ਸਟੇਜਾਂ ਤੇ ਗਾ ਲਈਦਾ, ਫਿਰ ਉਹ ਪਤਾ ਲੱਗ ਜਾਂਦਾ ਕਿ ਗੀਤ ਦਾ ਕੀ ਰਿਸਪੌਂਸ, ਠੀਕ ਹੈ, ਫਿਰ ਉਹ ਰਿਕਾਰਡ ਜਦੋਂ ਹੋ ਜਾਂਦਾ ਫਿਰ ਉਹਦੇ ਫਿਰ ਦੋ ਰਾਏ ਨਹੀਂ। ਪਰ ਅੱਜ ਕੱਲ੍ਹ ਦੇ ਗਾਇਕ ਨੇ ਮਾਨ ਸਾਹਿਬ ਕਿੰਨੀ ਮਿਹਨਤ ਕਰਕੇ ਸਟੂਡੀਓ ਦੇ ਵਿੱਚ ਜਾਣਾ ਚਾਹੀਦਾ, ਕਿਉਂਕਿ ਲੱਗਦਾ ਅੱਜ ਕੱਲ੍ਹ ਦਾ ਗਾਇਕ ਸਟੂਡੀਓ ਦੇ ਵਿੱਚ ਪਹਿਲਾਂ ਵੜ ਜਾਂਦਾ ਤੇ ਆਵਾਮ ਦੀ ਰਿਸਪੌਂਸ ਮਗਰੋਂ ਦੇਖਦਾ, ਜੇ ਸਟੇਜ ਤੇ ਮਗਰੋਂ ਚੱਲਦਾ। ਬਹੁਤ ਅੱਛੇ ਵੀ ਹੈ, ਬਹੁਤ ਗਾਇਕੀ ਦਾ ਜਿਹੜਾ ਇਸ ਵੇਲੇ ਜੋ ਦੌਰ ਚੱਲ ਰਿਹਾ ਉਹਦੇ ਵਿੱਚ ਬਹੁਤ ਖੂਬਸੂਰਤ ਆਵਾਜ਼ਾਂ, ਬਹੁਤ ਖੂਬਸੂਰਤ ਆ ਗਈਆਂ। ਉਹਦੇ ਵਿੱਚ ਲੋਕ ਕਾਫੀ ਸਿੱਖੇ ਸਿਖਾਏ ਵੀ ਆਏ ਨੇ, ਜਿਨ੍ਹਾਂ ਨੂੰ ਸੁਣ ਕੇ ਲੱਗਦਾ ਕਿ ਯਾਰ ਵਾਕਿਆ ਕਮਾਲ ਹੈ, ਸੁਰੀਲੇ ਲੋਕ ਨੇ। ਪਰ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਦੌਰ, ਗੀਤਾਂ ਦਾ ਦੌਰ ਚੱਲ ਰਿਹਾ, ਜਦੋਂ ਗੀਤ ਉਹਨਾਂ ਨੂੰ ਉਸ ਦੇ ਸੁਣਦੇ ਆ, ਉਹ ਫਿਰ ਕਈ ਵਾਰੀ ਕੋਈ ਚੰਗਾ ਨਹੀਂ ਲੱਗਦਾ ਯਾਰ ਕਿ ਇਸ ਮੂੰਹ ਨੂੰ ਅੱਜ ਸੂਟ ਨਹੀਂ ਕੀਤਾ, ਇਹਦੇ ਹੋਠਾਂ ਤੇ ਇਹ ਗੀਤ ਚੰਗੇ ਨਹੀਂ ਲੱਗਦੇ, ਇਸ ਆਵਾਜ਼ ਨੂੰ ਕੁਝ ਹੋਰ ਗੀਤ ਗਾਉਣੇ ਚਾਹੀਦੇ ਸੀ। ਹਾਂ, ਇਸ ਨੂੰ ਅੱਛੀ ਆਵਾਜ਼ ਨੂੰ ਕੋਈ ਅੱਛਾ ਹੀ ਗੀਤ ਗਾਉਣਾ ਚਾਹੀਦਾ। ਤੁਹਾਡੇ ਸੋਚਣ ਦੇ ਮੁਤਾਬਕ ਅੱਜ ਕੱਲ੍ਹ ਕੋ ਜੋ ਕਿ ਇੰਡਸਟਰੀ ਦੇ ਵਿੱਚ ਆਉਂਦਾ, ਉਹ ਸੋਚਦਾ ਹੈ, ਤੁਹਾਡੇ ਇੱਕ ਮੇਰੇ ਫੇਸਬੁੱਕ ਤੇ ਤੁਹਾਡੇ ਫੈਨਸ ਨੇ ਲਿਖਿਆ ਕਿ ਮਾਨ ਸਾਹਿਬ ਨੇ ਪੁੱਛਿਆ ਕਿ ਕੀ ਬਣੂ ਦੁਨੀਆ ਦਾ, ਹੁਣ ਚੱਲ ਪਿਆ ਵਲੈਤੀ ਬਾਣੇ। ਉਹ ਕਹਿੰਦੇ ਸੀ ਕਿ ਵਲੈਤੀ ਬਾਣਿਆਂ ਬਾਰੇ ਉਹਨਾਂ ਨੂੰ ਪੁੱਛੋ ਕਿ ਉਦੋਂ ਦਾ ਗੀਤ ਲਿਖਿਆ ਵੀ ਅੱਜ ਕੱਲ੍ਹ ਜੋ ਆ ਰਿਹਾ ਸਾਡੇ ਨਜ਼ਰ ਮੋੜੇ, ਕਿਉਂਕਿ ਮੀਡੀਆ ਆ ਰਿਹਾ, ਵੀਡੀਓਜ਼ ਬਣ ਰਹੇ ਨੇ, ਉਹਨਾਂ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਵੀ ਜੋ ਕਿ ਥੋੜਾ ਜਿਹਾ ਮੈਂ ਤਾਂ ਪਹਿਲਾਂ ਲਿਖਤਾ ਸੀ, ਮੈਂ ਬਹੁਤ ਤਾਂ ਲਿਖਣ ਦੀ ਲੋੜ ਹੀ ਨਹੀਂ, ਉਦੋਂ ਲਿਖਿਆ ਸੀ ਔਰ ਗੱਲ ਉਹ ਚੱਲ ਰਹੀ ਹੈ। ਦੁਨੀਆ ਦੇ ਕੀ ਬਣ ਰਿਹਾ ਹੈ ਹੁਣ, ਉਹ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਉਹੀ ਜਾਣੇ ਕਿ ਕੀ ਹੋਣਾ, ਕੀ ਬਣਨਾ, ਕਿਸ ਤਰ੍ਹਾਂ ਹੋਣਾ, ਇਹ ਮਾਲਕ ਦੇ ਰੰਗ ਹੈ, ਮਾਲਕ ਹੀ ਜਾਣਦਾ ਬਾਬਾ ਜੀ। ਜਿਸ ਤਰ੍ਹਾਂ ਉਹ ਦੁਨੀਆ ਨੂੰ ਖਿਡਾਈ ਜਾਂਦਾ, ਅਜੇ ਤੱਕ ਖਿਲਾਉਣੇ ਅਸੀਂ ਸਟੇਜ, ਇਹ ਦੁਨੀਆ ਸਾਰੀ ਸਟੇਜ ਹੈ ਔਰ ਅਸੀਂ ਇੱਕ ਕਿਰਦਾਰ ਨਿਭਾ ਰਹੇ ਹਾਂ ਆਪਣਾ। ਕਿਸੇ ਨੂੰ ਕੋਈ ਡਾਇਲੌਗ ਦਿੱਤਾ, ਕਿਸੇ ਨੂੰ ਕੋਈ ਕੰਮ ਦਿੱਤਾ ਹੈ, ਕਿਸੇ ਨੂੰ ਕਿਸ ਤਰ੍ਹਾਂ ਦਾ ਕਿਰਦਾਰ ਦਿੱਤਾ, ਕੋਈ ਵਿਲਨ ਹੈ, ਕੋਈ ਹੀਰੋ ਹੈ, ਹਾਂਜੀ, ਅਲੱਗ-ਅਲੱਗ ਰੂਪ ਦਿੱਤੇ ਨੇ। ਅਸੀਂ ਸਟੇਜ ਤੇ ਆਪਣੀ ਐਂਟਰੀ ਲੈਂਦੇ, ਇੱਕ 7 Ages of Man ਇੰਗਲਿਸ਼ ਪੋਇਟ ਦੀ ਕੋਈ ਸੀਗੀ, ਜਿਹਦੇ ਤੋਂ ਮੇਰਾ ਗੀਤ ਬਣਿਆ ਸੀ, ਮਾਮਲਾ ਗੜਬੜ। ਇਹਦੇ 'ਚ ਵੀ ਉਸੇ ਤਰ੍ਹਾਂ ਦੇ ਉਹ ਪੜ੍ਹਾ ਕੇ ਪਹਿਲਾਂ ਕਿਸ ਤਰ੍ਹਾਂ ਹੁੰਦਾ, ਫਿਰ ਦੂਜਾ ਕਿਸ ਤਰ੍ਹਾਂ, ਫਿਰ ਤੀਜਾ, ਫਿਰ ਬਾਅਦ 'ਚ ਅਲਵਿਦਾ ਜੀ। ਸੋ ਇਹ ਸਟੇਜ ਹੈ, ਸਟੇਜ ਦੇ ਉੱਤੇ ਆਪਣੀ ਆਪਣੀ ਐਂਟਰੀ ਹੈ ਔਰ ਐਗਜ਼ਿਟ ਜਦੋਂ ਦਿੰਦਾ ਹੈ ਐਗਜ਼ਿਟ ਕਰ ਲੈਂਦੇ ਹਾਂ, ਬਾਕੀ ਤਾਂ ਅਸੀਂ ਪੁਤਲੀਆਂ ਹੀ। ਜੀ। ਔਰ ਮਾਨ ਸਾਹਿਬ ਤੁਹਾਡੇ ਬੇਟਾ ਵੀ ਗੁਰਿਕ, ਹਾਂਜੀ, ਉਹ ਵੀ ਇੱਧਰ ਆਉਣਗੇ ਕਰਕੇ ਮੈਨੂੰ ਕਾਫੀ ਪੁੱਛਦੇ ਨੇ ਕਿ ਮਾਨ ਸਾਹਿਬ ਨੂੰ ਪੁੱਛਿਓ ਕਿ ਉਹ ਕੀ ਕਰ ਰਹੇ ਨੇ ਇਸ ਵੇਲੇ, ਉਹ ਵੀ ਸੰਗੀਤ ਦੇ ਵਿੱਚ ਆਉਣ ਜਾਂ ਮਤਲਬ ਕਿ ਫੈਮਿਲੀ ਤੌਰ ਤੇ ਉਹ ਕੀ ਕਰ ਰਹੇ ਨੇ। ਹਰ ਕਿਸੇ ਕਲਾ ਵਾਸਤੇ ਜਾਂ ਕਿਸੇ ਕੰਮ ਵਾਸਤੇ ਜਿਹੜਾ ਟਾਈਮ ਉਹ ਕਰ, ਜੇ ਤੁਸੀਂ ਕੁਦਰਤ ਨੂੰ ਮੰਨਦੇ ਹੋ, ਜੇ ਤੁਸੀਂ ਉਹਦੇ ਤੇ ਭਰੋਸਾ ਰੱਖਦੇ ਹੋ, ਵਿਸ਼ਵਾਸ ਰੱਖਦੇ ਹੋ। ਅਸੀਂ ਕੁਛ ਨਹੀਂ ਸੀਗੇ, ਮਾਲਕ ਨੇ ਕਿਆ ਰੁਤਬੇ, ਇੱਜ਼ਤ, ਮਾਨ, ਸਤਿਕਾਰ ਬਖਸ਼ੇ, ਸਾਡੀ ਔਕਾਤ ਤੋਂ ਵੱਧ ਦਿੱਤਾ। ਫਿਰ ਸੋਚਣਾ ਇਸ ਗੱਲ ਤੇ ਬੜਾ ਅਜੀਬ ਲੱਗਦਾ ਕਿ ਯਾਰ ਮੁੰਡਾ ਕੀ ਕਰੇਗਾ, ਮੁੰਡਾ ਵੀ ਕੁਝ ਕਰੇਗਾ, ਅੱਛਾ ਕਰ ਰਿਹਾ, ਅੱਛਾ ਕਰੇਗਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹਨਾਂ ਦਿਨਾਂ ਵਿੱਚ ਸਟੇਜ ਤੇ ਉਹਦੀ ਕੋਈ ਇੱਕ ਚੀਜ਼ ਰਿਲੀਜ਼ ਕਰਨੀ ਅਸੀਂ, ਹੋ ਸਕਦਾ ਦੁਨੀਆ ਉਸਨੂੰ ਪਿਆਰ, ਆਪਣਾ ਸਤਿਕਾਰ ਦੇਵੇ, ਹੋ ਸਕਦਾ ਇਸ ਤੌਰ ਤੇ ਮਿਊਜ਼ਿਕ ਬਤੌਰੇ ਉਸਨੇ ਵੀਡੀਓ ਡਾਇਰੈਕਟ ਕੀਤਾ ਹੈ।
ਤੇ ਭਰੋਸਾ ਰੱਖਦੇ ਹਾਂ, ਵਿਸ਼ਵਾਸ ਰੱਖਦੇ ਹਾਂ। ਅਸੀਂ ਕੁਝ ਨਹੀਂ ਸੀਗੇ, ਮਾਲਕ ਨੇ ਕਿਆ ਕਿਆ ਰੁਤਬੇ, ਇੱਜ਼ਤ, ਮਾਨ, ਸਤਿਕਾਰ ਬਖਸ਼ੇ ਨੇ, ਸਾਡੀ ਔਕਾਤ ਤੋਂ ਵੱਧ ਦਿੱਤਾ। ਫਿਰ ਇਹ ਸੋਚਣਾ ਇਸ ਗੱਲ ਤੇ ਬੜਾ ਅਜੀਬ ਲੱਗਦਾ ਕਿ ਯਾਰ ਮੁੰਡਾ ਕੀ ਕਰੇਗਾ, ਮੁੰਡਾ ਵੀ ਕੁਝ ਕਰੇਗਾ, ਅੱਛਾ ਕਰਦੇ ਅੱਛਾ ਕਰੇਗਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹਨਾਂ ਦਿਨਾਂ ਵਿੱਚ ਸਟੇਜ ਤੇ ਉਹਦੀ ਕੋਈ ਇੱਕ ਚੀਜ਼ ਰਿਲੀਜ਼ ਕਰਨੀ ਹੈ ਅਸੀਂ, ਹੋ ਸਕਦਾ ਦੁਨੀਆ ਉਸਨੂੰ ਪਿਆਰ, ਆਪਣਾ ਸਤਿਕਾਰ ਦੇਵੇ। ਹੋ ਸਕਦਾ ਇਸ ਟੂਰ ਦੇ म्यूजिक बतौर उसने वीडियो डायरेक्ट किया है। ਕੀ ਬਾਤ हाँ जी, हाँ। ਸਰ ਇਹ ਤਾਂ ਮੈਂ ਬੜਾ ਐਕਸਾਈਟਡ ਹੋ ਗਿਆ ਹੁਣ ਕਿ ਤੁਸੀਂ ਗੁਰੂ ਦੀ ਗੱਲ ਕੀਤੀ ਔਰ ਵੀਡੀਓ ਡਾਇਰੈਕਟਰ ਕਰ ਰਹੇ ਨੇ ਔਰ ਆ ਰਹੇ ਨੇ। ਤੁਹਾਡਾ ਵੀਡੀਓ ਡਾਇਰੈਕਟਰ ਕਰ ਰਹੇ ਹੈ जी 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 मेरे उन्होंने वीडियो डायरेक्ट किया, अटर्नल जोगी उसका नाम है ਜੀ। ਤੇ ਉਹ ਸ਼ਾਇਦ ਇਹਨਾਂ ਦਿਨਾਂ ਦੇ ਵਿੱਚ ਉਹ ਆਪਣਾ ਕਮਾਲ ਦਿਖਾ ਸਕਣ। ਇਹ ਦੁਆਵਾਂ ਉਹਨਾਂ ਦੇ ਵਾਸਤੇ, ਸ਼ੁਭਕਾਮਨਾਵਾਂ ਜੀ। ਔਰ ਤੁਹਾਡੇ ਵੱਲੋਂ ਵੀ ਸਾਰਿਆਂ ਵੱਲੋਂ ਦੁਆ ਚਾਹੁੰਦੇ ਹਾਂ ਕਿ ਉਹਨਾਂ ਲਈ ਦੁਆ ਕਰਨਾ, ਉਹ ਕੋਈ ਅੱਛਾ ਕਰ ਸਕੇ। ਉਹਨਾਂ ਦੇ ਲਗਨ ਵੀਡੀਓ ਡਾਇਰੈਕਟਿੰਗ ਵਾਸਤੇ, ਪਰ ਗਾਇਕੀ ਵਾਸਤੇ ਨਹੀਂ ਗਾਉਂਦੇ। ਨਹੀਂ ਨਹੀਂ ਨਹੀਂ, ਤੁਸੀਂ ਕਦੇ ਉਹ ਬੈਠ ਕੇ ਸੁਣਦਾ ਕਦੇ ਬੈਠ ਕੇ ਤੁਸੀਂ ਸੁਣਦੇ ਬਹੁਤ ਹੈ। ਉਹ ਉਹਨਾਂ ਨੇ ਬਹੁਤ ਕਲਾਸੀਕਲ ਮਿਊਜ਼ਿਕ ਸੁਣਦਾ ਬਹੁਤ ਜੀ। ਹਾਂਜੀ, ਉਹ तानसेन नहीं है, मतलब अच्छा। कानसेन है, मतलब सुनदा भी। ਇਹ ਕਹਿੰਦੇ ਸੁਣਨ ਵਾਲਾ ਬਹੁਤ ਜ਼ਰੂਰੀ ਹੋਣਾ हाँ, ਚਾਹੀਦਾ। हाँ, बिल्कुल बिल्कुल। ਔਰ ਤੁਹਾਨੂੰ ਰਹਿ ਵੀ ਦਿੰਦੇ ਸਮਟਾਈਮ बहुत ਸ਼ਾਇਦ। बहुत अच्छे, क्योंकि अजकल दे जिस अंदाज दे नाल दुनिया चल रही है, जिस अंदाज दे नाल, क्योंकि वो ਇਹਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਬਹੁਤ ਇਨ ਟੱਚ ਹੈ, ਔਰ ਫਿਰ ਇੱਕ ਦੂਜੇ ਤੋਂ ਪਤਾ ਲੱਗਦਾ ਰਹਿੰਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ। ਲੋਕ ਦੱਸਦੇ ਨੇ ਕਿ ਗੁਰਦਾਸ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ, ਗੁਰਦਾਸ ਨੂੰ ਆਹ ਕੰਮ ਕਰਨਾ ਚਾਹੀਦਾ, ਗੁਰਦਾਸ ਨੂੰ ਇਸ ਪਾਸੇ ਕੁਝ ਵੀ ਲਿਖਣਾ ਚਾਹੀਦਾ ਹੈ, ਕੋਈ ਨਸ਼ਿਆਂ ਦੀ ਗੱਲ ਵੀ ਕਰਨੀ ਚਾਹੀਦੀ ਹੈ, ਨਸ਼ਿਆਂ ਦੇ ਉੱਤੇ, ਤਾਂ ਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਫਿਰ ਕੁਝ ਨਾ ਕੁਝ ਹੋਰ ਆਪਣੀ ਉਹਨਾਂ ਦੇ ਨਾਲ ਰਾਬਤਾ ਕਾਇਮ ਹੋਣ ਕਰਕੇ ਮੈਨੂੰ ਸਲਾਹ ਮਸ਼ਵਰੇ ਦਿੰਦਾ ਰਹਿੰਦਾ। ਜੀ ਜੀ। ਮਾਨ ਸਾਹਿਬ ਤੁਸੀਂ ਸੋਚਦੇ ਕਿ ਜੋ ਪੰਜਾਬ ਦੀ ਫੇਰ ਜ਼ਿਕਰ ਕੀਤਾ ਕਰਕੇ ਭਾਵੇਂ ਅਸੀਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਸਾਨੂੰ ਫਿਕਰ ਰਹਿੰਦਾ ਪੰਜਾਬ ਦਾ ਕਿ ਉਹ ਨਸ਼ੇ ਇਜ਼ ਅ ਬਿਗ ਥਿੰਗ, ਔਰ ਨਿਊਜ਼ ਤੇ ਟੋਟਲੀ ਸਾਨੂੰ ਪਤਾ ਲੱਗਦਾ, ਪਰ ਇਹ ਸਾਡੇ ਨਸ਼ਿਆਂ ਦੇ ਵਿੱਚ ਜਵਾਨੀ ਕਿਉਂ ਜਾ ਰਹੀ? ਬੇਰੁਜ਼ਗਾਰੀ ਕਰਕੇ ਜਾਂ ਪੈਸੇ ਕਰਕੇ, ਕਿਉਂਕਿ ਇਹਨਾਂ ਦੇ ਕੋਲ ਪੈਸੇ ਹੈਗੇ ਆ, ਜ਼ਮੀਨਾਂ ਵੇਚ ਰਹੇ ਨੇ, ਇਸ ਕਰਕੇ? ਸਾਰੀਆਂ ਚੀਜ਼ਾਂ ਦਾ ਥੋੜਾ ਥੋੜਾ ਅਸਰ ਹੈਗਾ, और सब तो ज़्यादा असर है बेरोजगारी कि बच्चा पढ़ रहा है, पढ़न तो बाद जो उसको कुछ नहीं मिलता, तो जेड़े जेड़े उहदे सीनियर्स बैठे हैं वो ऑलरेडी नशे च लग चुके हैं, वो किवें ना किवें दूजे नूं भी लड़ाउणा चाहुंदे नाल, यार ये भी रले, इस नूं भी पट लो, इस नूं भी चेला मुन लो। आ चेले वाला काम बहुत चलिया। ਅੱਛਾ तो तुसीं उन्हां कोले जाने, तुसीं तुहाडे दोस्त हैं ਜੀ ਜੀ। ਦੋਸਤ ਹੈ, ਤੁਸੀਂ ਆਪਣੇ ਜੇ ਤੁਹਾਡੇ ਕੋਲ ਸਬਰ ਹੈਗਾ ਤਾਂ ਤੁਸੀਂ ਕਾਬੂ ਰੱਖ ਸਕਦੇ ਹੋ ਕਿ ਨਹੀਂ। ਨੋ ਕਹਿਣ ਜਾਣਦਾ ਜਿਹੜਾ ਬੰਦਾ, ਯੈਸ ਤੱਕ ਕਹਿ ਹੀ ਦਿੰਦੇ ਹਾਂ ਅਸੀਂ, ਪਰ ਨੋ ਕਹਿਣਾ ਵੀ ਬਹੁਤ ਜ਼ਰੂਰੀ ਹੈ। ਯਾਰ ਮੈਂ ਇਹ ਚੀਜ਼ ਨਹੀਂ ਕਰਦਾ, ਮੇਰੀ ਜ਼ਮੀਰ ਹੈ ਜਿਹੜੀ ਮੈਨੂੰ ਅਲਾਓ ਨਹੀਂ ਕਰਦੀ, ਮੇਰੇ ਮਾਂ-ਬਾਪ ਮੇਰੇ ਬਾਰੇ ਕੀ ਸੋਚਣਗੇ ਅਗਰ ਮੈਂ ਇਸ ਚੀਜ਼ ਵੱਲ ਚਲਾ ਗਿਆ। ਠੀਕ ਹੈ, ਬੁਰਾ ਵਕਤ ਸਾਰਿਆਂ ਤੇ ਆਉਂਦਾ ਬਾਬਾ, ਪਰ ਕੋਈ ਉਸ ਨੂੰ ਕਿਸੇ ਹੋਰ ਤੇ ਪੋਜ਼ਿਟਿਵ ਤਰੀਕੇ ਦੇ ਨਾਲ ਉਸ ਨੂੰ ਸੋਚਦੇ ਨੇ ਕਿ ਨਹੀਂ ਯਾਰ ਕੋਈ ਗੱਲ ਨਹੀਂ, ਅੱਜ ਨਹੀਂ ਤੇ ਕੱਲ ਮਿਹਨਤ ਆਪਣਾ ਕਰੀ ਜਾਂਦੇ ਕਿਸੇ ਨਾ ਕਿਸੇ ਪਾਸੇ, ਚਾਹੇ ਛੋਟਾ ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ, ਬਾਹਰੋਂ ਕੇ ਖੱਟਣਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ। ਉਹ ਪੌੜੀ ਪਰਖ ਲਈਏ, ਪੈਰ ਨੂੰ ਜਿਸ ਪੌੜੀ ਦੇ ਧਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲ ਛੱਡ। ਗੀਤ ਉਹਨਾਂ ਵਾਸਤੇ ਹੀ ਲਿਖੇ ਹੋਏ। ਔਰ ਮੈਨੂੰ ਯਾਦ ਹੈ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਮੁੰਡਾ ਸ਼ੈਫ ਹੋਟਲ ਦੇ ਵਿੱਚ ਸੀਗਾ, ਉਸਨੂੰ ਜਦੋਂ ਪਤਾ ਲੱਗਿਆ ਸੀ ਉਸ ਹੋਟਲ ਦੇ ਵਿੱਚ ਆਏ ਆ, ਤਾਂ ਉੱਪਰ ਮਿਲਣ ਵਾਸਤੇ ਆਇਆ, ਉਹਨੇ ਥੱਲੇ ਫੋਨ ਕੀਤਾ ਕਿ ਮੈਂ ਮਿਲਣਾ ਚਾਹੁੰਦਾ ਹਾਂ। ਅਜੇ ਯਾਰ ਪਲੀਜ਼, ਮੋਸਟ ਵੈਲਕਮ। ਜਦੋਂ ਆਇਆ ਕਹਿੰਦਾ ਮੈਂ ਇੱਥੇ ਇੰਨਾ ਦੁਖੀ ਹੋ ਚੁੱਕਿਆ ਸੀਗਾ, ਮੈਨੂੰ ਤੇਰੇ ਗੀਤ ਨੇ ਬਚਾ ਲਿਆ। ਤੇਰੇ ਗੀਤ ਸੁਣਦਾ ਹੁੰਦਾ ਸੀ, ਗੀਤਾਂ ਦੇ ਵਿੱਚ ਮੈਨੂੰ ਇੰਨੀ ਸੇਧ ਮਿਲੀ, ਇੰਨਾ ਮੇਰੇ ਅੰਦਰ ਜਿਹੜਾ ਕੋਈ ਦੱਬੀ ਹੋਈ ਜਿਹੜੀ ਅੱਗ ਸੀ ਨਾ, ਮੈਂ ਸੰਭਾਲ ਕੇ ਰੱਖਿਆ। ਹਾਂਜੀ, ਮੈਂ ਕੰਮ ਨਹੀਂ ਫਿਰ ਛੱਡਿਆ, ਮੈਂ ਕੋਈ ਨਾ ਕੋਈ ਛੋਟਾ ਸੀ ਵੱਡਾ ਆਹ ਚ ਕੀਤਾ, ਫਿਰ ਆਹ ਵੀ ਕੀਤਾ, ਮੈਂ ਆਹ ਵੀ ਕੀਤਾ, ਫਿਰ ਮੈਂ ਜਾ ਕੇ ਹੁਣ ਮੈਂ ਇਹਨਾਂ ਦਾ ਹੈਡ ਸ਼ੈਫ ਜਿਹੜਾ। ਕਿਆ ਬਾਤ ਹੈ। ਮੈਨੂੰ ਇੰਨਾ ਚੰਗਾ ਲੱਗਿਆ, ਮੇਰੀਆਂ ਅੱਖਾਂ 'ਚ ਉਹਨੇ ਪਾਣੀ ਲਿਆ ਤੱਕ, ਜਦੋਂ ਮੈਂ ਚਿਹਰੇ ਨੂੰ ਮੈਂ ਦੇਖ ਰਿਹਾ ਸੀ, ਉਹ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਸਾਹਮਣੇ ਉਹਦਾ ਆਦਰਸ਼ ਬੈਠਾ ਹੋਵੇ, ਜਿਸ ਨੂੰ ਉਹ ਤੋਂ ਹੁਣ ਪ੍ਰੇਰਨਾ ਮਿਲੀ ਹੋਵੇ, ਉਹ ਮੈਂ ਉਹਨੂੰ ਦੇਖੀ ਜਾ ਰਿਹਾ, ਮੈਂ ਬਸ ਥੋੜ੍ਹਾ ਕੇ ਬੋਲ ਰਿਹਾ ਸੀ, ਉਹਨੇ ਬੋਲਿਆ ਉਹ ਬਸ ਕਮਾਲ। ਪਤਾ ਲੱਗਦਾ ਕਿ ਕਿਤੇ ਨਾ ਕਿਤੇ ਕੰਮ ਆਇਆ, ਕਿਸੇ ਦੇ ਕੰਮ ਆਇਆ। ਇਹੀ ਤਾਂ ਕਿਸੇ ਦੀ ਵੱਡੀ ਪ੍ਰਾਪਤੀ, ਅਚੀਵਮੈਂਟ, ਕਿਸੇ ਦੇ ਕੰਮ ਆਉਣਾ ਜ਼ਿੰਦਗੀ ਦੇ ਵਿੱਚ। ਇਹੀ ਕਲਾ ਹੈ, ਇਹੀ ਕਾਰੀਗਰੀ। ਦੁਨੀਆ ਕਲਾ ਦੇਖਦੀ ਆ, ਹੁਣ ਜਿਹੜੀਆਂ ਬਿਲਡਿੰਗਾਂ ਬਣੀ ਹੋਈਆਂ ਲੋਕ ਦੇਖਦੇ ਯਾਰ
ਕਿਵੇਂ ਬਣਾਈਆਂ ਹੋਣਗੀਆਂ ਯਾਰ, ਕਿਸ ਤਰ੍ਹਾਂ ਕੀਤੀਆਂ ਹੋਣ। ਅੱਜ ਦੇ ਜ਼ਮਾਨੇ 'ਚ ਸਿਰਫ ਸ਼ੀਸ਼ੇ ਰਹਿ ਗਏ। ਜੀ ਜੀ ਮਾਨ ਸਾਹਿਬ, ਕਦੇ ਦਿਲ ਦੇ ਵਿੱਚ ਇਹ ਫਕਰ ਵੀ ਮਹਿਸੂਸ ਹੋਇਆ ਕਿ ਹਾਂ ਮੈਂ ਖੜਿਆ, ਕਿੰਨਿਆਂ ਨੂੰ ਬਚਾਇਆ? ਜਾਣੀ ਕਿ ਜਦੋਂ ਤੁਸੀਂ ਸ਼ੈਫ ਦੀ ਗੱਲ ਕੀਤੀ ਆ, ਔਰ ਕਿੰਨਿਆਂ ਨੇ ਤੁਹਾਡੇ ਗੀਤ ਸੁਣ ਕੇ, ਤੁਹਾਡੀ ਸ਼ਾਇਰੀ, ਸਾਡੀਆਂ ਧੀਆਂ ਨੇ, ਕਿੰਨਿਆਂ ਤੁਸੀਂ, ਸਾਡੀਆਂ ਭੈਣਾਂ ਨੇ, ਸਾਡੀਆਂ ਮਾਤਾਵਾਂ ਨੇ, ਜਿਹੜਾ ਵੀ ਮਿਲਦਾ ਤੁਹਾਡੇ ਵਾਸਤੇ ਹੱਥ ਉੱਠਦੇ ਤੇ ਤੁਹਾਡੀ ਦੁਆ ਵਾਸਤੇ, ਤੁਹਾਡੀ ਤੰਦਰੁਸਤੀ ਵਾਸਤੇ ਉਹੀ ਤਾਂ ਮੈਨੂੰ ਤੰਦਰੁਸਤੀ ਬਖਸ਼ ਰਹੇ ਨੇ ਉਹ, ਕਿਉਂਕਿ ਪ੍ਰਮਾਤਮਾ ਅੱਗੇ ਦੁਆ ਕਰਦੇ ਆ, ਆਪਣੇ ਇਸ਼ਟ ਦੇਵ ਅੱਗੇ ਦੁਆ ਕਰਦੇ ਆ, ਆਪਣੇ ਗੁਰੂ ਅੱਗੇ ਅਰਦਾਸ ਕਰਦੇ ਆ ਕਿ ਉਹ ਜਦੋਂ ਉਹ ਦੁਆਵਾਂ ਜਿਹੜੀਆਂ ਕਰਦੇ ਆ, ਕੋਈ ਐਵੇਂ ਨਹੀਂ ਜਾਂਦੀਆਂ, ਬ੍ਰਹਿਮੰਡ ਦੇ ਵਿੱਚ ਵਿਚਰਦੀਆਂ। ਉਹ ਜਿਹੜੀ ਚੀਜ਼ ਤੁਸੀਂ ਬੋਲਦੇ ਹੋ ਉਹਦੀ ਪ੍ਰਤੀਕਿਰਿਆ ਤੁਹਾਡੇ ਕੋਲੇ ਆਉਂਦੀ ਜ਼ਰੂਰ ਹੈ। ਜਿਹਦੇ ਲਈ ਦੁਆ ਕੀਤੀ ਹੈ ਉਹਦੇ ਲਈ ਲੱਗਦੀ ਜ਼ਰੂਰ ਹੈ। ਜੇ ਬਹੁਤ ਦੁਆ ਵੀ ਨਿਕਲਦੀ ਹੈ, ਬਹੁਤ ਦੁਆ ਮੂੰਹ ਚੋਂ ਨਹੀਂ ਨਿਕਲਦੀ ਬਾਬੇ, ਉਹ ਦਿਲ ਚੋਂ ਨਿਕਲਦੀ, ਉਹਦੇ ਲਫ਼ਜ਼ ਨਹੀਂ ਹੁੰਦੇ ਕੋਈ। ਕਿਸੇ ਦਾ ਕੋਈ ਜੇ ਕਿਸੇ ਤੋਂ ਅਸੀਂ ਕਿਸੇ ਦਾ ਬੁਰਾ ਕਰ ਦਿੰਦੇ ਹਾਂ, ਉਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਨਾਲ ਬੋਲ ਕੇ ਗੱਲ ਕਰੇ ਕਿ ਨਾ ਤੂੰ ਦੇਖੀ ਤੇਰੇ ਨਾਲ ਕੀ ਹੋਊਗਾ। ਨਾ, ਜੇ ਉਹ ਇਸਨੇ ਇਹ ਗੱਲ ਕਰਤੀ ਤਾਂ ਉਹ ਬਦਦੁਆ ਵੀ ਨਹੀਂ ਲੱਗਦੀ। ਬਦਦੁਆ ਹੁੰਦੀ ਜਿਹੜੀ ਅੰਦਰੋਂ ਹੀ ਰਹਿ ਜੇ, ਬਸ ਘੁੱਟ ਪੀ ਜੇ, ਮਾਲਕਾ ਇਹਨੂੰ ਵੀ ਸਮਤ ਬਖਸ਼ੀ ਆ। ਜੇ ਉਹ ਬੰਦੇ ਚੋਂ ਇਹ ਨਿਕਲੇ ਫਿਰ ਉਹ ਚੀਜ਼ਾਂ ਹੁੰਦੀਆਂ। ਇਹੀ ਦੁਆ ਦਾ, ਦੁਆ ਵੀ ਦਿਲ ਤੋਂ ਹੀ ਨਿਕਲਦੀ। ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ, ਗੁਰੂ ਰੁੱਸ ਜਾਵੇ ਵਡਿਆਈਆਂ ਰੁੱਸ ਜਾਂਦੀਆਂ, ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ। ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣੇ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣੇ। ਗੁਰੂ ਦੀ ਗਰੀਬ ਦੀ, ਕਿਸੇ ਬਦਨਸੀਬ ਦੀ ਮੂੰਹੋਂ ਬਦਦੁਆ ਨਾ ਕਢਾਇਓ ਸੋਹਣੇ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣੇ। ਮਾਨ ਸਾਹਿਬ, ਮੇਰੀ ਫੇਸਬੁੱਕ ਤੇ ਵੀ ਕਈਆਂ ਨੇ ਪਾਇਆ ਕਿ ਮੈਂ ਜਦੋਂ ਦੱਸਿਆ ਕਿ ਮੈਂ ਮਾਨ ਸਾਹਿਬ, ਕਹਿੰਦੇ ਕਿ ਮੇਰੀ ਮਮ 50 ਮੇਰੀ ਅੱਖਾਂ ਦੇ ਵਿੱਚ ਵੀ ਤਰਾਵਟ ਆ ਗਈ, ਮੈਨੂੰ ਅੱਛਾ ਲੱਗਿਆ ਜੀ। ਉਹ ਜਦੋਂ ਸ਼ੈਫ ਦੀ ਗੱਲ ਕਰ ਰਹੇ ਸੀ ਮੇਰੇ ਵੀ ਉਹ ਕਮਾਲ। ਤੁਸੀਂ ਚਲੋ ਨਹੀਂ ਸੌਰੀ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਹਾਂ, ਕਿ ਤੁਹਾਡੀ ਸ਼ਾਇਰੀ ਜਾਂ ਕਿਸੇ ਵੀ ਸ਼ਾਇਰ ਦੀ ਸ਼ਾਇਰੀ, ਕੋਈ ਬੋਲ ਕਦੇ ਨਾ ਕਦੇ ਲੱਗ ਜਾਂਦਾ, ਉਹ ਬੰਦੇ ਦੀ ਜ਼ਿੰਦਗੀ ਸਵਾਰ ਦਿੰਦਾ। ਮੈਂ ਗੱਲ ਇੱਥੇ ਲਿਆਉਣੀ ਚਾਹੁੰਦਾ ਸੀ ਕਿ ਮੇਰੀ ਫੇਸਬੁੱਕ ਤੇ 50, 60, 70 ਕਈ ਨਵੇਂ ਮੁੰਡਿਆਂ ਨੇ ਵੀ ਪਾਇਆ ਕਿ ਮੇਰੀ ਮੰਮੀ ਉਹਨਾਂ ਦੀ ਬਹੁਤ ਵੱਡੀ ਫੈਨ ਆ, ਮੇਰੇ ਡੈਡੀ ਜੀ ਉਹਨਾਂ ਦੇ ਬਹੁਤ ਦਿਲ ਤੋਂ ਸੁਣਦੇ ਆਏ ਨੇ। ਇੱਕ ਨੇ ਤੇ ਕਿਹਾ ਕਿ ਮੈਂ ਤੁਹਾਡੀ ਫੋਟੋ ਵੀ ਉਹਨਾਂ ਨੇ ਆਪਣੇ ਡੋਲੇ ਤੇ ਪਾਈ, ਤੁਹਾਡੀ ਫੋਟੋ ਵੀ ਉਹਨਾਂ ਦੇ ਨਾਲ ਦੇਖੀ। ਮੈਂ ਇਸ ਕਰਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਭਾਵੇਂ ਉਹਨਾਂ ਨੂੰ ਤੁਹਾਨੂੰ ਮਿਲਣ ਦਾ ਚਾਂਸ ਨਹੀਂ ਮਿਲਦਾ, ਕਿਉਂਕਿ ਤੁਸੀਂ ਹਰ ਇੱਕ ਨੂੰ ਨਹੀਂ ਮਿਲ ਸਕਦੇ, ਪਰ ਤੁਹਾਡੇ ਦਿਲ ਦੇ ਵਿੱਚ ਤਾਂ ਹੈ ਕਿ ਉਹ ਲੋਕ, ਉਹ ਤੁਹਾਡੇ ਫੈਨ ਜਾਂ ਤੁਹਾਡੇ ਭੈਣ ਭਰਾ ਹੈਗੇ ਆ, ਔਰ ਉਹਨਾਂ ਦੀਆਂ ਦੁਆਵਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ। ਬਿਲਕੁਲ ਕਿਉਂਕਿ ਉਹਨਾਂ ਦੇ ਦਿਲ 'ਚ ਤਮੰਨਾ ਹੁੰਦੀ ਹੈ ਅਸੀਂ ਮਾਨ ਸਾਹਿਬ ਨੂੰ ਮਿਲੀਏ, ਪਰ ਨਹੀਂ ਤੁਸੀਂ ਹਰ ਇੱਕ ਨੂੰ ਮਿਲ ਸਕਦੇ। ਆਪਣੇ ਸਰੋਤਿਆਂ ਦੇ ਪਿਆਰ ਸਤਿਕਾਰ ਦੀ ਰੋਟੀ ਖਾਂਦਾ ਮਰ ਜਾਣਾ ਮਾਨ ਮੇਰੇ ਦੋਸਤ। ਆਪਣੇ ਸਰੋਤਿਆਂ ਦੇ ਪਿਆਰ ਸਤਿਕਾਰ ਦੀ ਰੋਟੀ ਖਾਂਦਾ ਮਰ ਜਾਣਾ ਮੇਰੇ ਦੋਸਤਾ, ਫਿਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ। ਕੁਝ ਇਸ ਤਰ੍ਹਾਂ ਦਾ ਵੀ ਗੀਤ ਲਿਖਿਆ ਸੀ ਜਿਹਦੇ 'ਚ ਮੈਂ ਆਪਣੇ ਸਰੋਤਿਆਂ ਦਾ ਜ਼ਿਕਰ ਕੀਤਾ ਸੀ ਕਿ ਮੈਂ ਉਹਨਾਂ ਕਰਕੇ ਖਾ ਰਿਹਾ। ਇਸ਼ਕ ਨਾ ਰਹਿਮਤ ਕਰਦਾ ਕਿਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ। ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆਂ ਪ੍ਰਭਾਂ ਦੀ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ। ਪਿਆਰ ਵਿਖਾ ਕੇ ਲੁੱਟ ਲੈ ਜਾਨ ਮੇਰੀ ਅਰਬਾਂ ਖਰਬਾਂ। ਸੋ ਉਹ ਮੈਂ ਨਹੀਂ ਉਹਨਾਂ ਨੂੰ ਲੁੱਟਿਆ, ਉਹਨਾਂ ਨੇ ਮੈਨੂੰ ਲੁੱਟਿਆ। ਦੀਵਾਨਗੀ ਦੋਨੇ ਪਾਸੇ ਹੁੰਦੀ ਹੈ, ਦੀਵਾਨਗੀ ਦੋਨੇ ਪਾਸੇ ਹੁੰਦੀ ਹੈ, ਇਸ਼ਕ ਦੋਨੋਂ ਪਾਸੇ ਹੁੰਦਾ ਤੇ ਤਾਂ ਹੀ ਮਜ਼ਾ ਦਿੰਦਾ। ਸੋ ਉਹਨਾਂ ਕਰਕੇ ਲਿਖਣਾ, ਉਹਨਾਂ ਕਰਕੇ ਆਪਣੇ ਆਪ ਨੂੰ ਸੰਭਾਲਣਾ ਪੈਂਦਾ, ਉਹਨਾਂ ਕਰਕੇ ਹਰ ਮੋੜ ਤੋਂ ਬਚਣਾ ਪੈਂਦਾ ਕਿ ਯਾਰ ਕਿਤੇ ਕੋਈ ਦੂਜਾ ਮੇਰਾ ਦੇਖੇ ਯਾਰ ਇਹ ਗੁਰਦਾਸ ਯਾਰ ਸਾਨੂੰ ਮਿਲੇ ਹੀ ਨਹੀਂ ਯਾਰ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਨਹੀਂ ਵੀ ਮਿਲਿਆ ਜਾਂਦਾ, ਕਿਉਂਕਿ ਇੰਨੇ ਕੱਟ ਦੇ ਵਿੱਚ ਤੁਹਾਨੂੰ ਘੜੀਸ ਕੇ ਲੈ ਜਾਂਦੇ ਆ, ਨਹੀਂ ਤਾਂ ਫਿਰ ਗੱਲ ਹੋਰ ਕਿਸੇ ਪਾਸੇ ਚਲੀ ਜਾਂਦੀ ਹੈ। ਉਹ ਫਿਰ ਇਸ ਕਰਕੇ ਮੈਂ ਜ਼ਿਕਰ ਕੀਤਾ ਕਿਉਂਕਿ ਉਹਨਾਂ ਨੂੰ ਦੱਸਣ ਵਾਸਤੇ ਕਿ ਉਹਨਾਂ ਨੂੰ ਪਤਾ ਕਿ ਮਾਨ ਸਾਹਿਬ ਨਹੀਂ ਤਾਂ ਰਸਤੇ ਵਿੱਚ ਜਾਂਦੇ ਸਾਨੂੰ ਕੋਈ ਗੱਡੀ ਵੀ ਰੋਕ ਲੈਂਦੇ ਆ ਤੇ ਅਸੀਂ ਉਤਰ ਕੇ ਉਹਨਾਂ ਨਾਲ ਫੋਟੋ ਖਿਚਾਉਣੇ ਮਿਲਦੇ ਆ। ਮਾਨ ਸਾਹਿਬ ਲੱਗਦਾ ਖੜੇ ਹੋ ਗਏ ਸਾਰੇ, ਤੁਹਾਡੇ ਜਾਣ ਦਾ ਟਾਈਮ ਹੋ ਗਿਆ। ਗੱਲ ਮੁੱਕੀ ਨਾ ਸੱਜਣੇ ਨਾਲੋਂ ਮੇਰੀ, ਰੱਬਾ ਵੇ ਤੇਰਾ ਟਾਈਮ ਮੁੱਕ ਗਿਆ। ਪਰ ਮੈਂ ਮਾਨ ਸਾਹਿਬ ਦੇ ਨਾਲ ਮੈਂ ਗੱਡੀ 'ਚ ਵਗ ਜਾਣਾ ਤੁਹਾਡੇ ਨਾਲ, ਨਿਆਣੇ ਲੈ ਕੇ ਕਾਸ਼ 'ਚ। ਤੁਹਾਡੀ ਹੋਰ ਵੀ ਇੰਟਰਵਿਊ ਨੇ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਜ਼ਾ ਆਇਆ, ਟਾਈਮ ਦਾ ਪਤਾ ਨਹੀਂ। ਪੰਜਾਬੀ ਮਾਂ ਬੋਲੀ ਨੇ ਤੁਸੀਂ ਸਦਾ ਹੀ ਇੱਦਾਂ ਦਿੰਦੇ ਹੋ, ਸਾਨੂੰ ਐਜੂਕੇਟ ਕਰਦੇ ਰਹੋ, ਸਾਨੂੰ ਇੰਸਪਾਇਰ ਕਰਦੇ ਰਹੋ। ਅਸੀਂ ਤੁਹਾਨੂੰ ਦੇਖ ਕੇ ਜੀਏ, ਔਰ ਤੁਹਾਡੀ ਕਲਮ ਸਦਾ ਹੀ ਇੱਦਾਂ ਚੱਲਦੀ ਰਹੇ, ਔਰ ਪੰਜਾਬੀਅਤ ਦੀ ਗੱਲ ਕਰਦੀ ਰਹੇ। ਸਰ ਥੈਂਕ ਯੂ, ਤੁਹਾਡਾ ਬਹੁਤ ਬਹੁਤ। ਮਾਨ ਸਾਹਿਬ ਜਾਣ ਤੋਂ ਪਹਿਲਾਂ ਮੈਂ ਤੁਹਾਡੀਆਂ ਡੇਟਾਂ ਇੱਕ ਵਾਰੀ ਫੇਰ ਦੇ ਦੂੰਗਾ, ਤੇ ਇੱਕ ਰਿਕੁਐਸਟ ਕਰ ਸਕਦੇ ਪੰਜਾਬੀ ਜ਼ਬਾਨੇ ਦੇ ਦੋ ਬੋਲ
ਸ਼ਾਇਰੀ ਤੌਰ ਤੇ ਜਿੱਦਾਂ ਤੁਹਾਡੇ ਜੀ ਕਰਦਾ। ਪੰਜਾਬੀਏ ਜ਼ਬਾਨੇ ਨਿਰਕਾਨੇ ਮੇਰੇ ਦੇਸ ਦੀਏ, ਪੰਜਾਬੀਏ ਜ਼ਬਾਨੇ ਨਿਰਕਾਨੇ ਮੇਰੇ ਦੇਸ ਦੀ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮੀਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀਏ ਕਾਫੀਏ, ਹੋ ਕਿਨੇ ਤੇਰਾ ਲਾ ਲਿਆ ਸ਼ਿੰਗਾਰਨੀ, ਪੰਜਾਬੀਏ ਜ਼ਬਾਨੇ।